ਜੇਕਰ ਪੰਜਾਬ ਸਰਕਾਰ ਟੱਕਰ ਵਾਲਾ ਉਹ ਪੈਦਾ ਕਰਦੀ ਰਸਤਾ ਤਾਂ ਫਿਰ ਕਿਤੇ ਨਾ ਕਿਤੇ ਨੁਕਸਾਨ ਹੋਣਾ ਸੀ ਸਰਕਾਰ ਨੂੰ। ਅੱਜ ਬੀਜੇਪੀ ਦਾ ਕੋਈ ਲੀਡਰ ਮੇਰਾ ਖਿਆਲ ਹੈ ਬਾਜ਼ਾਰ 'ਚ ਸਮਾਨ ਖਰੀਦਣ ਨਹੀਂ ਜਾ ਸਕਦਾ, ਇਹ ਹਾਲਤ ਹੈ। ਅੱਛਾ, ਹਰਿਆਣੇ ਦੇ ਵਿੱਚ ਤਾਂ ਤੁਸੀਂ ਕੁਝ ਕਹਿਣਾ ਹੀ ਕੀ ਹੈ ਕਿ ਉਹਦਾ ਬੋਰਡ ਹੀ ਲੱਗ ਗਏ ਨੇ ਕਿ ਪਿੰਡਾਂ 'ਚ ਤੁਹਾਡੀ ਐਂਟਰੀ ਬੈਨ ਹੈ। ਕਿ ਮੋਦੀ ਨੂੰ ਖੁਸ਼ ਕਰਨ ਲਈ ਉਹਦੀ ਪਾਰਟੀ ਦੇ ਬੰਦੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਨੇ, ਉਹ ਖੁਸ਼ ਫੇਰ ਨਹੀਂ ਹੁੰਦਾ। ਕਿਤੇ ਨਾ ਕਿਤੇ ਇਹ ਬੀਜੇਪੀ ਇਹ ਹਾਲਾਤ ਬਣਾਉਂਦੀ ਜਾ ਰਹੀ ਹੈ ਆਪਣੇ ਬਿਆਨਾਂ ਰਾਹੀਂ ਵੀ, ਆਪਣੇ ਕੰਮਾਂ ਕਾਰਾਂ ਰਾਹੀਂ ਵੀ, ਕਿ ਜੋ ਸਰਕਾਰ ਦੇ ਖਿਲਾਫ ਬੋਲਦਾ ਉਹ ਦੇਸ਼ ਦੇ ਖਿਲਾਫ ਬੋਲਦਾ, ਇੱਕ ਇਹੋ ਜਿਹਾ ਭਰਮ ਸਿਰਜਦਾ। ਬੇਸਿਕਲੀ ਇਹ ਮੁਲਕ ਦੇ ਖਿਲਾਫ ਲੜਾਈ ਲੜ ਰਹੀ ਹੈ ਸਰਕਾਰ। ਇਹ ਜੇ ਇਸੇ ਤਰ੍ਹਾਂ ਚੱਲਦੇ ਰਹੇ ਕੋਈ ਵੱਡੀ ਗੱਲ ਨਹੀਂ ਕਿ ਮੁਲਕ ਦੇ ਵਿੱਚ ਸਿਵਲ ਵਾਰ ਸ਼ੁਰੂ ਹੋ ਜਾਵੇ, ਕਿਉਂਕਿ ਲੋਕ ਜਿਹੜੇ ਬੇਬਸ ਲੋਕ ਨੇ ਜਿਨ੍ਹਾਂ ਖਾਤਰ ਤੁਸੀਂ ਕੋਈ ਆਪਸ਼ਨ ਛੱਡੇ ਹੀ ਨਹੀਂ ਰਹੇ। ਬੋਲਣ ਦੀ ਸਪੀਚ ਦੀ ਤਾਂ ਗੱਲ ਹੀ ਛੱਡੋ ਤੁਸੀਂ। ਜੇਕਰ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਨੇੜੇ ਆਉਂਦੀਆਂ ਨੇ ਹੁੰਦੀਆਂ ਨੇ ਤਾਂ ਕਿਸਾਨੀ ਅੰਦੋਲਨ ਨੂੰ ਕਿੱਥੋਂ ਤੱਕ ਇਹਦਾ ਫਰਕ ਪਊਗਾ? ਪ੍ਰਭਾਵ ਹੈ ਜਿਹੜਾ ਉਹ ਕਿਸਾਨਾਂ ਦੇ ਸੰਘਰਸ਼ ਦੀ ਬਜਾਏ ਸਿਸਟਮ ਦੇ ਉੱਪਰ ਜ਼ਿਆਦਾ ਪਊਗਾ। ਔਰ ਮੈਨੂੰ ਲੱਗਦਾ ਕਿ ਸਿਸਟਮ ਡਾਵਾਂਡੋਲ ਹੋ ਰਿਹਾ। ਪਹਿਲਾਂ ਵੀ ਇਹ ਕੋਈ ਬਹੁਤ ਜ਼ਿਆਦਾ ਐਫੀਸ਼ੀਐਂਟ ਜਾਂ ਅੱਛਾ ਸਿਸਟਮ ਤਾਂ ਨਹੀਂ ਸੀ ਕਿ ਲੋਕਾਂ ਦਾ ਵਿਸ਼ਵਾਸ ਹੋਵੇ। ਸੋ ਲੋਕਾਂ ਦਾ ਵਿਸ਼ਵਾਸ ਇਹ 'ਚੋਂ ਹੋਰ ਉੱਠੂਗਾ। ਲੋਕ ਆਪਣੇ ਸੰਘਰਸ਼ਾਂ 'ਤੇ ਵਿਸ਼ਵਾਸ ਕਰਨ ਵੱਲ ਨੂੰ ਵਧਣਗੇ। ਨਰਿੰਦਰ ਤੋਮਰ ਦਾ ਇਹ ਬਿਆਨ ਆਉਣਾ ਕਿ ਭੀੜਾਂ ਇਕੱਠੀਆਂ ਕਰਨ ਨਾਲ ਕਾਨੂੰਨ ਵਾਪਸ ਨਹੀਂ ਹੁੰਦੇ ਹੈਗੇ, ਫਿਰ ਕਿਤੇ ਨਾ ਕਿਤੇ ਇਹ ਗੱਲ ਤਾਂ ਹੈ ਕਿ ਭੀੜਾਂ ਤੰਗ ਤਾਂ ਕਰਨ ਲੱਗ ਪਈਆਂ। ਜੇ ਭੀੜਾਂ ਇਕੱਠੀਆਂ ਕਰਕੇ ਕੁਝ ਨਹੀਂ ਹੁੰਦਾ ਤਾਂ ਫਿਰ ਤੁਹਾਨੂੰ ਇਹਦੇ 'ਤੇ ਕਮੈਂਟ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਹੈ। ਮੈਂ ਤੁਹਾਨੂੰ ਦੱਸਦਾ ਕਿ ਅਸੀਂ ਉੱਥੇ ਟਕੈਤ ਕੋਲ ਜਦੋਂ ਗਏ ਨਾ, ਗਾਜ਼ੀਪੁਰ ਦਾ ਜਿਹੜਾ ਬਾਰਡਰ ਹੈ, ਅਸੀਂ ਉੱਥੇ ਪੁਲਿਸ ਵਾਲੇ ਰੋਕ ਕੇ ਖੜੇ ਸੀ ਰਸਤਾ। ਅਸੀਂ ਉਹਨਾਂ ਨੂੰ ਪੁੱਛਿਆ ਵੀ ਅਸੀਂ ਮੋਰਚੇ ਵਾਲੀ ਸਾਈਡ ਨਹੀਂ ਜਾਣਾ ਹੈ। ਉਹ ਇੱਕ ਪੁਲਿਸ ਅਫੀਸਰ ਸੀਗਾ, ਉਹ ਕਹਿਣ ਲੱਗਿਆ ਕਿ ਮੋਰਚੇ ਕੋ ਅਬ ਕੌਣ ਪੁੱਛਦਾ ਹੈ। ਉਹ ਅਸੀਂ ਕਿਹਾ ਵੀ ਤੁਸੀਂ ਕਿਉਂ ਖੜੇ ਹੋ? ਦਿੱਲੀ 'ਚ ਹੁਣ ਬੀਜੇਪੀ ਦੀ ਸਰਕਾਰ ਹੈ, ਸਾਰੇ ਬਾਰਡਰ ਬੰਦ ਨੇ, ਤੁਸੀਂ ਬਾਹਰ ਨਹੀਂ ਨਿਕਲ ਸਕਦੇ, ਤੁਸੀਂ ਅੰਦਰ ਨਹੀਂ ਆ ਸਕਦੇ, ਜਹਾਜ਼ਾਂ 'ਚ ਚੜੇ ਫਿਰਦੇ ਹੋ। ਤੁਹਾਡੀ ਕਿਸ ਗੱਲ ਦੀ ਸਰਕਾਰ ਹੈ ਤੁਹਾਡੀ, ਜਦੋਂ ਲੋਕ ਤੁਹਾਡੇ ਉੱਪਰ ਥੂ ਕਰ ਰਹੇ ਨੇ? ਤੁਸੀਂ ਆਪਣੇ ਕੁਛ ਕੁ ਚੈਨਲ ਮੀਡੀਆ ਦੇ ਕਰਕੇ ਉਹਨਾਂ ਰਾਹੀਂ ਆਪਣੀ ਸਿਫਤ ਆਪੇ ਹੀ ਕਰਕੇ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ। ਮਤਲਬ ਮੈਂ ਸਮਝਦਾ ਇਹ ਬਿਲਕੁਲ ਸਿਆਸੀ ਕਿਸਮ ਦੀ ਮੂਰਖਤਾ ਇਹਨਾਂ ਦੀ। ਕਿਤੇ ਨਾ ਕਿਤੇ ਬੀਜੇਪੀ ਸਰਕਾਰ ਦੇ ਜੋ ਇਹ ਹਿਟਲਰ ਸ਼ਾਹੀ ਡਿਕਟੇਟਰਸ਼ਿਪ ਦਾ ਰਵੱਈਆ ਇਹ ਇਸ ਕਰਕੇ ਵੀ ਭਾਰੀ ਪੈਂਦਾ ਜਾ ਰਿਹਾ ਕਿਉਂਕਿ ਵਿਰੋਧੀ ਧਿਰ ਦੇਸ਼ ਦੇ ਵਿੱਚ ਮਜ਼ਬੂਤ ਨਹੀਂ ਹੈ। ਕਿਹਾ ਜਾਂਦਾ ਹੈ ਕਿ ਸਰਕਾਰ ਉਵੇਂ ਚੱਲਦੀ ਹੈ ਜਿਵੇਂ ਵਿਰੋਧੀ ਧਿਰ ਚਲਾਉਂਦੀ ਹੈ। ਖਾਸ ਕਿਸਮ ਦੀ ਹਾਲਾਤ ਬਣ ਗਈ ਹੈ ਹੁਣ। ਵੈਸੇ ਤਾਂ ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਜ਼ੁਲਮ ਹੁੰਦਾ ਨਾ ਤਾਂ ਵਿਰੋਧੀ ਧਿਰ ਦਿਖ ਨਹੀਂ ਰਹੀ ਹੁੰਦੀ, ਵਿਰੋਧ ਹੁੰਦਾ ਹੈ। ਮਤਲਬ ਜੇ ਵਿਰੋਧੀ ਧਿਰ ਨਹੀਂ ਹੈ ਤਾਂ ਮਤਲਬ ਇਹ ਨਹੀਂ ਵੀ ਵਿਰੋਧ ਨਹੀਂ ਹੈ, ਵਿਰੋਧ ਬਹੁਤ ਜ਼ਿਆਦਾ ਹੈ। ਕੋਈ ਉਹਨੂੰ ਲੀਡ ਕਰਨ ਵਾਲੀ ਧਿਰ ਇਸ ਕਰਕੇ ਨਹੀਂ ਕਿਉਂਕਿ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਇਸ ਸਿਸਟਮ ਦਾ ਹਿੱਸਾ ਨੇ। ਕਿ ਸਿਆਸਤ ਜਾਂ ਰਾਜ ਜਾਂ ਉਨੀ ਦੇਰ ਚੱਲਦਾ ਹੈ ਜਿੰਨੀ ਦੇਰ ਉਹ ਲੋਕਾਂ ਦੀ ਨਿਗਾਹ ਦੇ ਵਿੱਚ ਲੈਜੀਟੀਮੇਟ ਹੈ। ਜਿਸ ਦਿਨ ਇਹ ਹੋ ਗਿਆ ਕਿ ਰਾਜ ਨਜਾਇਜ਼ ਹੈ, ਇਹ ਸਿਆਸੀ ਪਾਰਟੀ, ਇਹ ਲੀਡਰ, ਇਹ ਨਜਾਇਜ਼ ਹੈ, ਉਹਨੇ ਖਤਮ ਹੋਣਾ ਹੀ ਹੁੰਦਾ ਹੈ। ਪਰ ਇਹ ਸੰਘਰਸ਼ ਨੇ ਇਹ ਚੀਜ਼ ਸਾਬਤ ਕਰਤੀ। ਪਹਿਲਾਂ ਇਹ ਸੀਗਾ ਜੋ ਮਰਜ਼ੀ ਕਰੀ ਜਾਂਦੇ ਸੀ, ਕੋਈ ਬੋਲਦਾ ਨਹੀਂ ਸੀ। ਇਹਨਾਂ ਨੇ ਬੜੇ ਸਫਿਸਟੀਕੇਟਡ ਤਰੀਕੇ ਦੇ ਨਾਲ ਜਾ ਕੇ ਬੈਠ ਕੇ ਦਿਖਾ ਦਿੱਤਾ ਕਿ ਅਸੀਂ ਤੁਹਾਨੂੰ ਕੱਖ ਨਹੀਂ ਸਮਝਦੇ। ਪੰਜਾਬੀ ਡਾਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਜਿੰਦਰ ਸਿੰਘ ਭੰਗੂ ਸਵਾਗਤ ਕਰਦਾ। ਕਿਸਾਨੀ ਅੰਦੋਲਨ ਆਪਣੇ ਇੱਕ ਸਟੈਪ ਤੋਂ ਇੱਕ ਪੜਾਅ ਹੋਰ ਅੱਗੇ ਵੱਧ ਚੁੱਕਿਆ। ਪਹਿਲਾਂ ਕਿਸਾਨਾਂ ਦਾ ਨਾਰਾ ਸੀ ਕਿ 26 ਨਵੰਬਰ ਨੂੰ ਜਾ ਕੇ ਦਿੱਲੀ ਦਾ ਅਸੀਂ ਘਿਰਾਓ ਕਰਾਂਗੇ ਅਤੇ ਲਗਾਤਾਰ 3 ਮਹੀਨੇ ਦਾ ਉੱਤੇ ਦਾ ਸਮਾਂ ਹੋ ਗਿਆ ਦਿੱਲੀ ਦੀ ਬਰੂਹਾਂ 'ਤੇ ਬੈਠਿਆਂ ਨੂੰ। ਕਿਸਾਨ ਆਪਣੀ ਲੜਾਈ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਲੜ ਰਹੇ ਨੇ। ਇਸ ਤੋਂ ਅੱਗੇ ਕਿਸਾਨਾਂ ਨੇ ਫੈਸਲਾ ਕੀਤਾ, ਜਦੋਂ ਗੱਲ ਕਿਸੇ ਪਾਸੇ ਨਾ ਲੱਗੀ, ਸਰਕਾਰ ਨਾਲ ਗੱਲਾਂ ਬਾਤਾਂ ਟੁੱਟ ਚੁੱਕੀਆਂ ਸੀ ਗੱਲਾਂ ਬਾਤਾਂ, ਤਾਂ ਕਿਸਾਨ ਆਗੂਆਂ ਨੇ ਫੈਸਲਾ ਕੀਤਾ ਕਿ ਅਸੀਂ ਬੀਜੇਪੀ ਸਰਕਾਰ ਦਾ ਜਿੱਥੇ ਵੀ ਜਿਸ ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ ਉਹ ਸੂਬੇ ਦੇ ਵਿੱਚ ਜਾ ਕੇ ਅਸੀਂ ਬੀਜੇਪੀ ਸਰਕਾਰ ਦੇ ਖਿਲਾਫ ਚੋਣ ਪ੍ਰਚਾਰ ਕਰਾਂਗੇ। ਅਤੇ ਹੁਣ ਕਿਸਾਨ ਆਗੂ ਵੈਸਟ ਬੰਗਾਲ ਦੇ ਵਿੱਚ ਬੀਜੇਪੀ ਦੇ ਖਿਲਾਫ ਚੋਣ ਪ੍ਰਚਾਰ ਕਰ ਰਹੇ ਨੇ ਕਿ ਬੀਜੇਪੀ ਸਰਕਾਰ ਦੀਆਂ ਜੜ੍ਹਾਂ ਨੂੰ ਖੁਰਾ ਲੱਗ ਸਕੇ, ਬੀਜੇਪੀ ਸਰਕਾਰ ਨੂੰ ਪੋਲੀਟੀਕਲ ਤੌਰ 'ਤੇ ਡੈਮੇਜ ਕੀਤਾ ਜਾ ਸਕੇ। ਅਤੇ ਲਗਾਤਾਰ ਅਸੀਂ ਆਪਣੇ ਚੈਨਲ ਪੰਜਾਬੀ ਡਾਕ ਦੇ ਜ਼ਰੀਏ ਤੁਹਾਡੇ ਨਾਲ ਲਗਾਤਾਰ ਇੱਕ ਸ਼ਖਸੀਅਤ ਲੈ ਕੇ ਹਾਜ਼ਰ ਹੁੰਦੇ ਹਾਂ ਜੋ ਕਿਸਾਨੀ ਮਸਲੇ ਤੇ ਪੰਜਾਬ ਦੇ ਸਿਆਸੀ ਮਸਲੇ ਤੇ ਕੇਂਦਰ ਸਰਕਾਰ ਦੀ ਬੀਜੇਪੀ ਸਰਕਾਰ ਦੇ ਉੱਤੇ ਲਗਾਤਾਰ ਜੋ ਨਿਗਰਾਨੀ ਰੱਖਦੇ ਨੇ, ਜੋ ਸਿਆਸੀ ਨਜ਼ਰੀਆ ਰੱਖਦੇ ਨੇ। ਅਤੇ ਇਸੇ ਪ੍ਰੋਗਰਾਮ ਦੇ ਤਹਿਤ ਅੱਜ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਸੰਬੰਧਿਤ ਪ੍ਰੋਫੈਸਰ ਹਰਵਿੰਦਰ ਭੱਟੀ ਜੀ ਨੇ। ਸਭ ਤੋਂ ਪਹਿਲਾਂ ਭੱਟੀ ਸਾਹਿਬ ਦਾ ਸਵਾਗਤ ਕਰਦੇ ਹਾਂ। ਭੱਟੀ ਸਾਹਿਬ, ਤੁਹਾਡਾ ਸਵਾਗਤ ਹੈ ਜੀ ਚੈਨਲ ਪੰਜਾਬੀ ਡਾਕ 'ਤੇ। ਨਮਸਕਾਰ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਭੱਟੀ ਸਾਹਿਬ, ਜਿਵੇਂ ਕਿਸਾਨੀ ਅੰਦੋਲਨ ਹੈ ਅਤੇ 5 ਸੂਬਿਆਂ ਦੀ ਵਿਧਾਨ ਸਭਾ ਚੋਣਾਂ ਅਤੇ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਹੁਣ ਇਹ ਕਿਆਸ ਰਾਈਆਂ ਇਹ ਨੇ ਕਿ ਜੋ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇ ਇਹ ਸਮੇਂ ਤੋਂ
ਪਹਿਲਾਂ ਹੋ ਸਕਦੀਆਂ ਨੇ, ਜਿਹਨੂੰ ਲੈ ਕੇ ਵੀ ਕਿਤੇ ਨਾ ਕਿਤੇ ਸਿਆਸੀ ਮਾਹਰ ਸੋਚਦੇ ਨੇ ਕਿ ਜਿਵੇਂ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਤੇ ਖੇਮਕਰਨ ਤੋਂ ਵਿਰਸਾ ਸਿੰਘ ਬਲਟੋਆ ਨੂੰ ਉਮੀਦਵਾਰ ਐਲਾਨਿਆ ਗਿਆ ਕਿ ਉਸ ਕੜੀ ਤਹਿਤ ਜੋੜ ਕੇ ਦੇਖਦੇ ਨੇ। ਤੁਸੀਂ ਕਿਸਾਨੀ ਅੰਦੋਲਨ ਤੇ ਪੰਜਾਬ 'ਚ ਹੋਣ ਵਾਲੀਆਂ ਚੋਣਾਂ ਤੇ ਕੀ ਸਿਆਸੀ ਨਜ਼ਰ ਰੱਖਦੇ ਹੋ? ਪੰਗੂ ਸਾਹਿਬ, ਇਹ ਹੈ ਕਿ ਜੇ ਓਵਰਆਲ ਆਪਾਂ ਦੇਖੀਏ ਨਾ, ਜਿਹੜਾ ਸੰਘਰਸ਼, ਕਿਸਾਨੀ ਸੰਘਰਸ਼ ਜਿਹੜਾ ਸ਼ੁਰੂ ਹੋਇਆ ਹੈ, ਸ਼ੁਰੂ ਤਾਂ ਇਹ ਖੈਰ ਜੂਨ ਦੇ ਵਿੱਚ ਹੋ ਗਿਆ ਸੀ ਪਹਿਲਾਂ, ਪਰ ਨਵੰਬਰ ਦੇ ਵਿੱਚ ਭਖਿਆ ਅਤੇ ਹੁਣ ਲਗਭਗ 3 ਮਹੀਨੇ ਹੋ ਗਏ ਨੇ। ਪਰ ਇਹ ਇਸ ਤਰ੍ਹਾਂ ਲੱਗ ਰਿਹਾ ਹੈ ਵੀ ਜਿਵੇਂ ਜਿਹੜੀ ਸਥਾਪਿਤ ਜਿਹੜੀਆਂ ਸਿਆਸੀ ਪਾਰਟੀਆਂ ਨੇ, ਚਾਹੇ ਉਹ ਪੰਜਾਬ 'ਚ ਨੇ ਚਾਹੇ ਉਹ ਸੈਂਟਰ 'ਚ ਨੇ, ਇਹਨਾਂ ਦੇ ਸਮਝੋਂ ਬਾਹਰਾ ਹੁੰਦਾ ਜਾ ਰਿਹਾ ਹੈ। ਸਮਝੋਂ ਬਾਹਰਾ ਇਸ ਕਰਕੇ ਹੁੰਦਾ ਜਾ ਰਿਹਾ ਹੈ ਕਿਉਂਕਿ ਇਹਨੇ ਸਾਰੀ ਸਥਾਪਤੀ ਨੂੰ ਚੁਣੌਤੀ ਦੇ ਦਿੱਤੀ ਹੈ ਦਰਅਸਲ। ਇਸ ਕਰਕੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਨਾ, ਉਹ ਲਗਭਗ ਮਾਰਜਨਸ 'ਤੇ ਚਲੀਆਂ ਗਈਆਂ ਨੇ। ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਉਹਨਾਂ ਦੇ ਬੁਲਾਰਿਆਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਉਹ ਇਹੀ ਐਕਟੀਵਿਟੀ ਕਰਦੇ ਹੁੰਦੇ ਸੀ ਕਿ TV 'ਤੇ ਹਰ ਰੋਜ਼ ਆਈਏ, ਹਰ ਰੋਜ਼ ਕੋਈ ਨਾ ਕੋਈ ਸ਼ੋਸ਼ਾ ਛੱਡੀਏ, ਹਰ ਰੋਜ਼ ਲੋਕਾਂ ਨੂੰ ਭਰਮਾਈ ਰੱਖੀਏ। ਉਹ ਹੁਣ ਇਸ ਮੇਨ ਗੇਮ ਦੇ ਵਿੱਚੋਂ, ਜਾਂ ਕਹਿ ਲਈਏ ਸੈਂਟਰ ਸਟੇਜ ਤੋਂ, ਪਾਸੇ ਕਰਤੇ ਨੇ ਇਹਨਾਂ ਨੇ। ਇਸ ਕਰਕੇ ਬੜੀ ਵੱਡੀ ਮੈਨੂੰ ਲੱਗਦੀ ਹੈ ਪੋਸੀਬਿਲਿਟੀ ਕਿ ਜਲਦੀ ਤੋਂ ਜਲਦੀ ਇਲੈਕਸ਼ਨਾਂ ਕਰਾਉਣਗੇ, ਕਿਉਂਕਿ ਇਲੈਕਸ਼ਨਾਂ 'ਚ ਫਿਰ ਵੀ ਕਿਸਾਨ ਹਿੱਸਾ ਨਹੀਂ ਲੈ ਰਹੇ ਡਾਇਰੈਕਟਲੀ, ਚਾਹੇ ਉਹ ਵਿਰੋਧ ਬੇਸ਼ੱਕ ਕਰਨ ਵੀ। ਉਹਦੇ ਨਾਲ ਇਹਨਾਂ ਨੂੰ ਲੋਕਾਂ ਦੇ ਇੱਕ ਹਿੱਸੇ ਨੂੰ ਉਹਦੇ 'ਚ ਸ਼ਾਮਲ ਕਰਨ ਤੇ ਉਲਝਾਉਣ ਦਾ ਮੌਕਾ ਮਿਲ ਜਾਂਦਾ ਹੈ। ਅਦਰਵਾਈਜ਼ ਇਹਨਾਂ ਦੀ ਹੋਂਦ ਸਾਰੀਆਂ ਸਿਆਸੀ ਪਾਰਟੀਆਂ ਦੀ ਖਤਰੇ 'ਚ ਪੈਂਦੀ ਜਾ ਰਹੀ ਹੈ। ਜੀ, ਜਿਵੇਂ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ, ਲੱਖਾਂ ਦੀ ਗਿਣਤੀ ਦੇ ਵਿੱਚ, ਜਦੋਂ ਦਿੱਲੀ ਸ਼ੁਰੂ ਹੋਇਆ ਸੀ ਅੰਦੋਲਨ, ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਲੋਕ ਸੀ। ਕਿਹਾ ਜਾ ਰਿਹਾ ਸੀ ਕਿ ਇਹ ਅੰਦੋਲਨ, ਹੁਣ ਵੀ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ, ਹਿੰਦੁਸਤਾਨ ਦੀ ਸਿਆਸਤ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੀ ਸਿਆਸਤ ਦੇ ਵਿੱਚ ਬੜਾ ਵੱਡਾ ਫੇਰ ਬਦਲ ਦੇਖਣ ਨੂੰ ਮਿਲੂਗਾ ਇਸ ਅੰਦੋਲਨ ਕਰਕੇ। ਪਰ ਹੁਣ ਜੇਕਰ ਇਹਨੂੰ ਦੇਖੀਏ ਕਿ ਜੇਕਰ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਨੇ, ਸਮਾਂ ਨੇੜੇ ਆਉਂਦਾ ਜਾਂਦਾ, ਤੇ ਕਿਸਾਨੀ ਅੰਦੋਲਨ ਦੇ ਅਸਾਰ ਨੇ ਕਿ ਕਿਸਾਨੀ ਅੰਦੋਲਨ ਲੰਮਾ ਚੱਲ ਸਕਦਾ। ਜੇਕਰ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਨੇੜੇ ਆਉਂਦੀਆਂ ਨੇ, ਹੁੰਦੀਆਂ ਨੇ, ਤਾਂ ਕਿਸਾਨੀ ਅੰਦੋਲਨ ਨੂੰ ਕਿੱਥੋਂ ਤੱਕ ਇਹਦਾ ਫਰਕ ਪਊਗਾ? ਭੰਗੂ ਸਾਹਿਬ, ਮੈਨੂੰ ਲੱਗਦਾ ਵੀ ਕਿਸਾਨੀ ਅੰਦੋਲਨ ਨੂੰ ਤਾਂ ਬੜਾ ਫਰਕ ਨਹੀਂ ਪੈਣਾ ਇਸ ਗੱਲ ਦਾ। ਸਿਆਸਤ 'ਤੇ ਇਹਦਾ ਫਰਕ ਪਊਗਾ। ਜਿਸ ਤਰ੍ਹਾਂ ਮੇਰਾ ਸਬਜੈਕਟ ਵੀ ਸਮਾਜ ਵਿਗਿਆਨ ਹੈ, ਮੈਂ ਦੇਖ ਰਿਹਾ ਇਹ ਅਸਲ ਦੇ ਵਿੱਚ ਇੱਕ ਵਰਲਡ ਲੈਵਲ ਦਾ ਸੰਘਰਸ਼ ਬਣਨ ਜਾ ਰਿਹਾ ਹੈ। ਕਿਉਂਕਿ ਬਹੁਤ ਲੰਬੇ ਸਮੇਂ ਤੋਂ, ਜਦ ਤੋਂ ਇੰਡਸਟਰੀਲਾਈਜੇਸ਼ਨ ਹੋਈ ਹੈ, ਅਰਬਨਾਈਜੇਸ਼ਨ ਹੋਈ ਹੈ, ਪਿੰਡ ਅਤੇ ਪਿੰਡ ਨਾਲ ਸੰਬੰਧਿਤ ਐਗਰੀਕਲਚਰ ਹੈ, ਚਾਹੇ ਉਹ ਐਨੀਮਲ ਹਸਬੈਂਡਰੀ ਹੈ, ਉਹ ਸਾਰੇ ਧੰਦੇ ਅਤੇ ਉਹਨਾਂ 'ਚ ਸ਼ਾਮਲ ਲੋਕ ਮਾਰਜਨਲਾਈਜ਼ ਹੁੰਦੇ ਜਾ ਰਹੇ ਨੇ। ਪਰ ਉਹ ਲੋਕ, ਤੁਸੀਂ ਦੇਖੋ ਵੀ ਪਿੰਡਾਂ ਦੇ ਵਿੱਚੋਂ ਬਹੁਤ ਵੱਡੇ ਲੈਵਲ 'ਤੇ ਮਾਈਗ੍ਰੇਸ਼ਨ ਹੋਈ, ਚਾਹੇ ਉਹ ਦੂਜੀਆਂ ਸਟੇਟਾਂ ਤੋਂ ਪੰਜਾਬ ਨੂੰ ਹੁੰਦੀ ਹੈ, ਚਾਹੇ ਪੰਜਾਬ ਤੋਂ ਫੋਰਨ ਨੂੰ ਹੋ ਰਹੀ ਹੈ। ਇਹ ਲੋਕਾਂ ਦੇ ਧੁਰ ਅੰਦਰ ਜਿਹੜਾ ਇੱਕ ਮਾਰਜਨਲਾਈਜੇਸ਼ਨ ਦਾ ਭਾਵ ਹੈ ਨਾ, ਕਿ ਸਾਨੂੰ ਕੋਈ ਪੁੱਛਦਾ ਨਹੀਂ, ਸਾਡੀ ਪੁੱਛ ਦੱਸ ਨਹੀਂ ਹੈ, ਸਾਡੀ ਕੋਈ ਔਕਾਤ ਨਹੀਂ ਰਹੀ, ਸਾਤੋਂ ਸਾਰਾ ਕੁਝ ਖੋਇਆ ਜਾ ਰਿਹਾ ਹੈ। ਇਹ ਆਇਡੈਂਟੀਟੀ ਇੱਕ ਵਿਕਟਮ ਆਇਡੈਂਟੀਟੀ ਜਾਗ ਪਈ ਹੈ ਦੁਨੀਆ ਭਰ ਦੇ ਕਿਸਾਨਾਂ 'ਚ। ਇਹਨੇ ਮਾਡਲ ਬਣ ਜਾਣਾ ਪੰਜਾਬ ਨੇ। ਦੇਖੋ, ਪਹਿਲਾਂ ਸਿਰਫ ਪੰਜਾਬ ਤੱਕ ਸੀ, ਪੰਜਾਬ 'ਚ ਵੀ ਸਿਰਫ ਕੁਛ ਏਰੀਆ ਤੱਕ ਸੀ, ਸਾਰੇ ਪੰਜਾਬ ਦੇ ਵਿੱਚ ਹੌਲੀ ਹੌਲੀ ਵਧਿਆ। ਫਿਰ ਹਰਿਆਣਾ, ਕਹਿੰਦੇ ਜੀ ਹਰਿਆਣਾ, ਤੁਹਾਨੂੰ ਯਾਦ ਹੋਣਾ ਹੈ ਕਿ 26 ਨਵੰਬਰ ਨੂੰ ਜਦੋਂ ਹਰਿਆਣੇ 'ਚ ਪੰਜਾਬ ਦੇ ਕਿਸਾਨ ਦਾਖਲ ਹੋਏ, ਤਾਂ ਉੱਥੇ ਦੇ CM ਨੇ ਉੱਥੇ ਦੇ ਕਿਸਾਨਾਂ ਨੂੰ ਇਹ ਵਧਾਈ ਦਿੱਤੀ ਕਿ ਤੁਸੀਂ ਹਿੱਸਾ ਨਹੀਂ ਲਿਆ, ਹਾਲਾਂਕਿ ਝੂਠ ਸੀ। ਥੋੜ੍ਹੀ ਦੇਰ ਬਾਅਦ ਮਤਲਬ ਉਸੇ CM ਦਾ ਜਹਾਜ਼ ਉਹਦੇ ਪਿੰਡ ਵਿੱਚ ਵੀ ਨਹੀਂ ਉਤਰ ਸਕਿਆ। ਇਸੇ ਤਰ੍ਹਾਂ ਹੌਲੀ ਹੌਲੀ ਯੂਪੀ ਦੇ ਵਿੱਚ ਆਪਾਂ ਦੇਖਿਆ ਹੈ ਕਿ ਟਕੈਤ ਦਾ ਜਿਹੜਾ ਉਹ ਹੋਈ ਐਪੀਸੋਡ, ਉਹ ਤੋਂ ਬਾਅਦ ਸਾਰੀ ਦੀ ਸਾਰੀ ਯੂਪੀ ਉੱਠ ਖੜੀ। ਅੱਛਾ, ਹੁਣ ਰਾਜਸਥਾਨ, ਮੱਧ ਪ੍ਰਦੇਸ਼, ਅੱਛਾ ਬੰਗਾਲ ਦੇ ਵਿੱਚ ਕਿੰਨਾ ਰਿਸਪੌਂਸ ਮਿਲ ਰਿਹਾ ਹੈ। ਸੋ ਲਗਭਗ ਇੰਡੀਆ ਦੇ ਸਾਰੇ ਸੂਬਿਆਂ ਦੇ ਵਿੱਚ ਜਿੱਥੇ ਐਗਰੀਕਲਚਰ ਬੇਸ ਹੈਗਾ, ਜਾਂ ਜਿਹੜੇ ਐਗਰੀਕਲਚਰ ਰਿਲੇਟਡ ਪੋਲੀਟੀਸ਼ੀਅਨ ਨੇ, ਉਹਨਾਂ ਸਾਰਿਆਂ ਨੂੰ ਇਹ ਚਿੰਤਾ ਖੜੀ ਹੋਈ ਹੈ ਕਿ ਕਿਸਾਨ ਆਪਣੇ ਤੌਰ 'ਤੇ ਉੱਠ ਖੜੇ ਹੋਏ ਨੇ। ਪਰ ਇਹਨੇ ਸਿਆਸਤ ਦੀਆਂ ਜਿਹੜੇ ਸਮੀਕਰਨ ਨੇ ਉਹ ਸਾਰੇ ਬਦਲਤੇ ਨੇ। ਪੰਜਾਬ 'ਚ ਵੀ ਇਹ ਬਦਲਣਗੇ ਜ਼ਰੂਰ। ਪਰ ਇੱਕ ਲੈਵਲ ਦੇ ਉੱਪਰ ਸਾਰੇ ਸਿਆਸੀ ਜਿਹੜੇ, ਮੈਨੂੰ ਲੱਗਦਾ ਕਿ ਲੋਕ ਨੇ, ਜਾਂ ਸਿਆਸੀ ਮੱਸ ਰੱਖਣ ਵਾਲੇ ਨੇ, ਜਾਂ ਸਿਆਸੀ ਪਾਰਟੀਆਂ ਨੇ, ਉਹ ਇੱਕ ਲੈਵਲ 'ਤੇ ਇਕੱਠੇ ਵੀ ਹੋ ਰਹੇ ਨੇ ਇਹਦੇ ਖਿਲਾਫ। ਕਿਉਂਕਿ ਉਹਨਾਂ ਸਾਰਿਆਂ ਨੂੰ ਹੀ ਪਹਿਲਾਂ ਉਹਨੂੰ ਲੱਗਦਾ ਸੀ ਵੀ ਦੂਜੇ ਨੂੰ ਖਤਰਾ ਹੈ ਸ਼ਾਇਦ, ਹੁਣ ਉਹਨੂੰ ਲੱਗਣ ਲੱਗ ਗਿਆ ਕਿ ਸਾਨੂੰ ਸਾਡੇ ਸਾਰੇ ਪੋਲੀਟੀਕਲ ਸਿਸਟਮ ਨੂੰ, ਜਿਹਨੂੰ ਅਸੀਂ ਚਲਾ ਰਹੇ ਹਾਂ, ਉਸੇ ਨੂੰ ਖਤਰਾ ਖੜਾ ਹੋ ਗਿਆ। ਸੋ ਇਸ ਕਰਕੇ ਇਹਦਾ ਪ੍ਰਭਾਵ ਹੈ ਜਿਹੜਾ ਉਹ ਕਿਸਾਨਾਂ ਦੇ ਸੰਘਰਸ਼ ਦੀ ਬਜਾਏ ਸਿਸਟਮ ਦੇ ਉੱਪਰ ਜ਼ਿਆਦਾ ਪਊਗਾ। ਔਰ ਮੈਨੂੰ ਲੱਗਦਾ ਕਿ ਸਿਸਟਮ ਡਾਵਾਂਡੋਲ ਹੋ ਰਿਹਾ। ਪਹਿਲਾਂ ਵੀ ਇਹ ਕੋਈ ਬਹੁਤ ਜ਼ਿਆਦਾ ਐਫੀਸ਼ੀਐਂਟ ਜਾਂ ਅੱਛਾ ਸਿਸਟਮ ਤਾਂ ਨਹੀਂ ਸੀ ਜਿਸ 'ਚ ਲੋਕਾਂ ਦਾ ਵਿਸ਼ਵਾਸ ਹੋਵੇ। ਸੋ ਲੋਕਾਂ ਦਾ ਵਿਸ਼ਵਾਸ ਇਹ 'ਚੋਂ ਹੋਰ ਉੱਠੂਗਾ। ਲੋਕ ਆਪਣੇ ਸੰਘਰਸ਼ਾਂ 'ਤੇ ਵਿਸ਼ਵਾਸ ਕਰਨ ਵੱਲ ਨੂੰ ਵਧਣਗੇ। ਜਿਵੇਂ BJP ਸਰਕਾਰ ਪਹਿਲਾਂ ਕਹਿੰਦੀ ਸੀ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਕਿ ਵੀ ਇਕੱਲੇ ਪੰਜਾਬ ਦੇ ਕੁਝ ਖਿੱਤਿਆਂ ਦੇ ਵਿੱਚੋਂ ਲੋਕ ਆਏ ਨੇ, ਉਹ ਸੰਘਰਸ਼ ਕਰ ਰਹੇ ਨੇ। ਉਹ ਬੇਸ਼ੱਕ ਉਦੋਂ ਉੱਥੇ
ਪੰਜਾਬ, ਹਰਿਆਣਾ, ਯੂਪੀ, ਮਹਾਰਾਸ਼ਟਰ, ਰਾਜਸਥਾਨ ਦੇ ਵਿੱਚੋਂ ਲੱਖਾਂ ਲੋਕ ਇਕੱਠੇ ਹੋ ਚੁੱਕੇ ਸੀ, ਪਰ ਬੀਜੇਪੀ ਸਰਕਾਰ ਇਹ ਦਰਸਾਉਂਦੀ ਸੀ ਮੀਡੀਆ ਰਾਹੀਂ ਕਿ ਉੱਥੇ ਚੰਦ ਲੋਕ ਨੇ। ਉਸ ਤੋਂ ਬਾਅਦ ਕੁਝ ਦਿਨ ਪਹਿਲਾਂ ਤੁਸੀਂ ਪੜ੍ਹਿਆ ਹੋਊਗਾ ਅਖਬਾਰਾਂ ਦੇ ਵਿੱਚ ਨਰਿੰਦਰ ਤੋਮਰ ਦਾ ਇਹ ਬਿਆਨ ਆਉਣਾ ਕਿ ਭੀੜਾਂ ਇਕੱਠੀਆਂ ਕਰਨ ਨਾਲ ਕਾਨੂੰਨ ਵਾਪਸ ਨਹੀਂ ਹੁੰਦੇ ਹੈਗੇ। ਫਿਰ ਕਿਤੇ ਨਾ ਕਿਤੇ ਇਹ ਗੱਲ ਤਾਂ ਹੈ ਕਿ ਭੀੜਾਂ ਤੰਗ ਤਾਂ ਕਰਨ ਲੱਗ ਪਈਆਂ। ਦਰਅਸਲ ਭੀੜਾਂ ਤਾਂ ਤੰਗ ਕਰ ਰਹੀਆਂ ਨੇ, ਭੀੜਾਂ ਦੀ ਉਹੀ ਭੀੜ ਪਈ ਹੋਈ ਹੈ ਇਹਨਾਂ ਨੂੰ, ਕਿਉਂਕਿ ਇਹ ਸਮਝਦੇ ਸੀ ਜਿਸ ਤਰ੍ਹਾਂ ਬੀਜੇਪੀ ਦਾ ਮੇਨਲੀ ਜਿਹੜਾ ਪ੍ਰਾਪੇਗੰਡੇ ਦਾ IT ਸੈੱਲ ਹੈ ਜਾਂ ਮੀਡੀਆ 'ਤੇ ਕਬਜ਼ਾ ਹੈ, ਉਹ ਆਪਣੀ ਸ਼ਕਲ ਰੋਜ਼ ਦੇਖ ਦੇਖ ਕੇ ਖੁਸ਼ ਹੋਈ ਜਾਂਦੇ ਸੀ ਔਰ ਆਪਣੇ ਹੀ ਕੁਛ ਕੁ ਬੰਦੇ ਇਕੱਠੇ ਕਰਕੇ ਜਿਨ੍ਹਾਂ ਤੋਂ ਤਾੜੀਆਂ ਤੂੜੀਆਂ ਮਰਵਾ ਕੇ ਲੱਗਦਾ ਸੀ ਵੀ ਅਸੀਂ ਬੜੇ ਪਾਪੂਲਰ ਹਾਂ। ਅੱਛਾ, ਇਹ ਇਨਸਿਕਿਉਰਿਟੀ ਅੰਦਰ ਦਿਖ ਰਹੀ ਹੁੰਦੀ ਹੈ ਵੈਸੇ, ਪਰ ਹੁਣ ਕਿਉਂਕਿ ਉਹ ਸੜਕਾਂ 'ਤੇ ਆ ਗਈ ਇਨਸਿਕਿਉਰਿਟੀ ਬਿਲਕੁਲ ਦਿਖਣ ਲੱਗ ਗਿਆ। ਉਹ 21 ਦੀ ਮੇਰਾ ਖਿਆਲ ਹੈ ਬਰਨਾਲੇ ਦੀ ਰੈਲੀ ਸੀ, ਉਹ ਤੋਂ ਬਾਅਦ ਤੋਮਰ ਨੇ ਕਿਹਾ ਕਿ ਭੀੜਾਂ ਇਕੱਠੀਆਂ ਕਰਕੇ ਕੁਛ ਨਹੀਂ ਹੁੰਦਾ। ਜੇ ਭੀੜਾਂ ਇਕੱਠੀਆਂ ਕਰਕੇ ਕੁਛ ਨਹੀਂ ਹੁੰਦਾ ਤਾਂ ਫਿਰ ਤੁਹਾਨੂੰ ਇਹਦੇ 'ਤੇ ਕਮੈਂਟ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਹੈ। ਮੈਂ ਤੁਹਾਨੂੰ ਦੱਸਦਾ ਕਿ ਅਸੀਂ ਉੱਥੇ ਟਕੈਤ ਕੋਲ ਜਦੋਂ ਗਏ ਨਾ, ਗਾਜ਼ੀਪੁਰ ਦਾ ਜਿਹੜਾ ਬਾਰਡਰ ਹੈ, ਅਸੀਂ ਉੱਥੇ ਪੁਲਿਸ ਵਾਲੇ ਰੋਕੇ ਖੜੇ ਸੀ ਰਸਤਾ। ਅਸੀਂ ਉਹਨਾਂ ਨੂੰ ਪੁੱਛਿਆ ਵੀ ਅਸੀਂ ਮੋਰਚੇ ਵਾਲੀ ਸਾਈਡ ਨੂੰ ਜਾਣਾ ਹੈ। ਉਹ ਇੱਕ ਪੁਲਿਸ ਅਫੀਸਰ ਸੀਗਾ, ਉਹ ਕਹਿਣ ਲੱਗਿਆ ਕਿ ਮੋਰਚੇ ਕੋ ਅਬ ਕੌਣ ਪੁੱਛਦਾ ਹੈ। ਉਹ ਅਸੀਂ ਕਿਹਾ ਵੀ ਤੁਸੀਂ ਕਿਉਂ ਖੜੇ ਹੋ, ਜੇ ਮੋਰਚੇ ਨੂੰ ਕੋਈ ਪੁੱਛਦਾ ਹੀ ਨਹੀਂ ਤਾਂ ਤੁਹਾਡਾ ਪੈਰਾ ਕਾਹਦੇ ਲਈ ਲੱਗਿਆ ਹੋਇਆ ਇੱਥੇ। ਸੋ ਇਹ ਅੰਦਰੋਂ ਡਰ ਹੈ, ਬਹੁਤ ਜ਼ਿਆਦਾ ਦਹਿਸ਼ਤ ਹੈ। ਸਾਰੀ ਸਿਆਸੀ ਜਿਹੜੀ ਐਲੀਟ ਹੈ ਨਾ ਇੰਡੀਆ ਦੀ, ਪੰਜਾਬ ਦੀ ਵੀ ਖਾਸ ਕਰਕੇ, ਪੰਜਾਬ 'ਚ ਥੋੜ੍ਹਾ ਇਹ ਹੈ ਕਿ ਪੰਜਾਬ ਗੌਰਮੈਂਟ ਨੇ ਬੜੇ ਪਹਿਲਾਂ ਹੀ ਇਸ ਗੱਲ ਨੂੰ ਰਿਕਗਨਾਈਜ਼ ਕਰ ਲਿਆ ਸੀ ਕਿ ਇਹ ਟੱਕਰ ਵਾਲਾ ਰਸਤਾ ਅਸੀਂ ਨਹੀਂ ਅਪਣਾਉਣਾ। ਇਸ ਕਰਕੇ ਜੇ ਪੰਜਾਬ 'ਚ ਮੈਂ ਸਮਝਦਾ ਫਿਰ ਥੋੜ੍ਹੀ ਸਿਆਸੀ ਧਿਰਾਂ ਬਚੀਆਂ ਹੋਈਆਂ ਨੇ। ਜੇਕਰ ਪੰਜਾਬ ਸਰਕਾਰ ਟੱਕਰ ਵਾਲਾ ਉਹ ਪੈਦਾ ਕਰਦੀ ਰਸਤਾ ਤਾਂ ਫਿਰ ਕਿਤੇ ਨਾ ਕਿਤੇ ਨੁਕਸਾਨ ਹੋਣਾ ਸੀ। ਖਤਰਾ ਸੀ ਉਹਦੇ 'ਚ, ਦੋਨਾਂ ਧਿਰਾਂ ਨੂੰ ਬੜਾ ਖਤਰਾ ਸੀ। ਦੇਖੋ ਜਿੱਥੇ ਵੀ ਟਕਰਾਅ ਦਾ ਰਸਤਾ ਫੜਿਆ ਬੀਜੇਪੀ ਨੇ ਫੜਿਆ, ਹਰਿਆਣੇ ਦੇ ਵਿੱਚ, ਪੰਜਾਬ 'ਚ ਹੀ ਜੀ, ਪੰਜਾਬ ਦੇ ਵਿੱਚ ਵੀ ਬਿਲਕੁਲ। ਅੱਜ ਬੀਜੇਪੀ ਦਾ ਕੋਈ ਲੀਡਰ ਮੇਰਾ ਖਿਆਲ ਹੈ ਬਾਜ਼ਾਰ 'ਚ ਸਮਾਨ ਖਰੀਦਣ ਨਹੀਂ ਜਾ ਸਕਦਾ, ਇਹ ਹਾਲਤ ਹੈ। ਅੱਛਾ, ਹਰਿਆਣੇ ਦੇ ਵਿੱਚ ਤਾਂ ਤੁਸੀਂ ਕਹਿਣਾ ਹੀ ਕੀ ਹੈ ਕਿ ਉਹਦਾ ਬੋਰਡ ਹੀ ਲੱਗ ਗਏ ਨੇ ਕਿ ਪਿੰਡਾਂ 'ਚ ਤੁਹਾਡੀ ਐਂਟਰੀ ਬੈਨ ਹੈ। ਜਦ ਕਿ ਹਰਿਆਣੇ ਦਾ ਸਰਕਾਰ ਦਾ ਜਿਵੇਂ ਸੜਕਾਂ ਪੁੱਟੀਆਂ ਗਈਆਂ, ਬਣਦਾ ਉਹਨਾਂ ਦਾ ਕੁਛ ਨਹੀਂ ਸੀ, ਕਿਉਂਕਿ ਇਹ ਸੈਂਟਰ ਗਵਰਨਮੈਂਟ ਨਾਲ ਕਿਸਾਨਾਂ ਦੀ ਲੜਾਈ ਸੀ। ਹਰਿਆਣਾ ਸਰਕਾਰ ਤਾਂ ਬੇਵਜ੍ਹਾ ਦਖਲ ਦੇ ਰਹੀ ਸੀ ਸਿਰਫ ਇਸ ਕਰਕੇ ਕਿ ਬੀਜੇਪੀ ਦੀ ਸੱਤਾਧਿਰ ਸਰਕਾਰ ਹੈ ਉੱਥੇ। ਇੱਕ ਤਾਂ ਪੰਗੂ ਸਾਹਿਬ ਜਿਹੜਾ ਇਹ ਕਲਚਰ ਆ ਗਿਆ ਨਾ ਸਿਆਸਤ ਦੇ ਵਿੱਚ, ਇਹ ਐਮਰਜੈਂਸੀ 'ਚ ਵੀ ਆਇਆ ਸੀ ਪਰ ਹੁਣ ਬਹੁਤ ਵੱਡੇ ਪੱਧਰ 'ਤੇ ਆ ਗਿਆ ਕਿ ਮੋਦੀ ਨੂੰ ਖੁਸ਼ ਕਰਨ ਲਈ ਉਹਦੀ ਪਾਰਟੀ ਦੇ ਬੰਦੇ ਕੁਛ ਵੀ ਕਰਨ ਨੂੰ ਤਿਆਰ ਹੋ ਜਾਂਦੇ ਨੇ। ਉਹ ਖੁਸ਼ ਫੇਰ ਨਹੀਂ ਹੁੰਦਾ। ਖੱਟੜ ਨੇ ਅਸਲ ਦੇ ਵਿੱਚ ਉਹਨੂੰ ਖੁਸ਼ ਕਰਨ ਦੇ ਲਈ ਮਤਲਬ ਕਦੇ ਇੱਧਰ ਕਦੇ ਉੱਧਰ ਹੋਣਾ, ਕੋਈ ਕਾਨੂੰਨ ਲੈ ਕੇ ਆ ਰਹੇ ਨੇ। ਉਹਨਾਂ ਨੂੰ ਇਹ ਲੱਗਦਾ ਵੀ ਸਾਡੀ ਜਿਹੜੀ ਹੋਂਦ ਹੈ, ਸਿਆਸੀ ਹੋਂਦ, ਉਹਦੇ ਉੱਪਰ ਹੀ ਡਿਪੈਂਡੈਂਟ ਹੈ। ਖਤਰੇ ਵੀ ਖੜੇ ਹੋ ਗਏ ਨੇ ਆਪਣੀ ਹੋਂਦ 'ਤੇ ਉਹਨਾਂ ਨੂੰ। ਇਹ ਸਿਆਸੀ ਹੋਂਦ ਜਿਹੜੀ ਹੈ ਸਾਰੀਆਂ ਸਿਆਸੀ ਪਾਰਟੀਆਂ ਨੂੰ ਲੱਗਦਾ ਵੀ ਜਿਹੜੇ ਪੋਲੀਟੀਕਲ ਸਾਧਨ ਨੇ, ਪਾਰਲੀਮੈਂਟ ਹੈ, ਪੰਚਾਇਤ ਤੋਂ ਲੈ ਕੇ, ਜੇ ਸਾਡਾ ਇਹਦੇ 'ਤੇ ਕਬਜ਼ਾ, ਸਾਨੂੰ ਕਿਸੇ ਦੀ ਪਰਵਾਹ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਪਰ ਇਹ ਹੁਣ ਗੱਲ ਬਦਲ ਚੁੱਕੀ ਹੈ। ਮੇਰਾ ਖਿਆਲ ਹੈ ਸਮੇਂ ਦੀ ਜਿਹੜੀ ਆਵਾਜ਼ ਹੈ, ਸਮੇਂ ਦਾ ਜਿਹੜਾ ਰਿਦਮ ਹੈ, ਉਹਨੂੰ ਇਹ ਸਮਝ ਨਹੀਂ ਰਹੇ ਸਿਆਸਤਦਾਨ। ਇਹ ਲੋਕਾਂ ਤੋਂ ਬਿਨਾਂ ਤੁਸੀਂ ਸੰਸਥਾਵਾਂ ਦੇ ਉੱਪਰ ਕਬਜ਼ਾ ਕਰਕੇ ਕੁਝ ਨਹੀਂ ਕਰ ਸਕਦੇ। ਸਰਕਾਰ ਤੁਹਾਡੀ ਹੋਵੇ, ਤੁਹਾਡੀ ਕੋਈ ਸਰਕਾਰ ਚੱਲਦੀ ਹੋਈ ਨਹੀਂ। ਦਿੱਲੀ 'ਚ ਹੁਣ ਬੀਜੇਪੀ ਦੀ ਸਰਕਾਰ ਹੈ, ਸਾਰੇ ਬਾਰਡਰ ਬੰਦ ਨੇ, ਤੁਸੀਂ ਬਾਹਰ ਨਹੀਂ ਨਿਕਲ ਸਕਦੇ, ਤੁਸੀਂ ਅੰਦਰ ਨਹੀਂ ਆ ਸਕਦੇ, ਜਹਾਜ਼ਾਂ 'ਚ ਚੜ੍ਹੇ ਫਿਰਦੇ ਹੋ। ਤੁਹਾਡੀ ਕਿਸ ਗੱਲ ਦੀ ਸਰਕਾਰ ਹੈ ਤੁਹਾਡੀ, ਜਦੋਂ ਲੋਕ ਤੁਹਾਡੇ ਉੱਪਰ ਥੂ ਕਰ ਰਹੇ ਨੇ। ਤੁਸੀਂ ਆਪਣੇ ਕੁਛ ਕੁ ਚੈਨਲ ਮੀਡੀਆ ਦੇ ਕਰਕੇ ਉਹਨਾਂ ਰਾਹੀਂ ਆਪਣੀ ਸਿਫਤ ਆਪੇ ਹੀ ਕਰਕੇ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ। ਮਤਲਬ ਮੈਂ ਸਮਝਦਾ ਇਹ ਬਿਲਕੁਲ ਸਿਆਸੀ ਕਿਸਮ ਦੀ ਮੂਰਖਤਾ ਇਹਨਾਂ ਦੀ, ਪਰ ਹੈ ਇਹ, ਕਿਉਂਕਿ ਇੱਕ ਕਲਚਰ ਬਣਿਆ ਹੋਇਆ ਹੈ ਜਿਹਨੂੰ ਟੁੱਟਣ ਨੂੰ ਟਾਈਮ ਲੱਗੂਗਾ। ਤੁਸੀਂ ਜ਼ਿਕਰ ਕੀਤਾ ਕਿ ਵੀ ਸਰਕਾਰ ਆਪਣੀ ਵਾਹ ਖੱਟਦੀ ਹੈ ਆਪਣੇ ਮੀਡੀਆ ਰਾਹੀਂ। ਇੱਕ ਤਰ੍ਹਾਂ ਦੇ ਵਿੱਚ ਜਿਵੇਂ ਲੋਕਾਂ ਨਾਲ ਸਰਕਾਰ ਧੱਕਾ ਕਰ ਰਹੀ ਹੈ, ਡੈਮੋਕ੍ਰੇਸੀ ਹੈ, ਲੋਕਾਂ ਦੁਆਰਾ ਹੀ ਸਰਕਾਰ ਚੁਣੀ ਗਈ ਹੈ ਅਤੇ ਲੋਕਾਂ ਲਈ ਹੀ ਸਰਕਾਰ ਚੁਣੀ ਗਈ ਹੈ। ਸਰਕਾਰ ਇੱਕ ਤਾਂ ਜੋ ਮੀਡੀਆ ਪੋਰਟਲ ਨੇ, ਵੈਬ ਪੋਰਟਲ ਨੇ, YouTube ਚੈਨਲ ਨੇ, ਇਹਨਾਂ ਲੈ ਕੇ ਸਕੰਜੇ ਕੱਸਦੀ ਜਾ ਰਹੀ ਹੈ, ਇਹਨਾਂ 'ਤੇ ਅੱਖ ਰੱਖਦੀ ਜਾ ਰਹੀ ਹੈ। ਤਾਂ ਫਿਰ ਫਰੀਡਮ ਆਫ ਸਪੀਚ ਕਿੱਥੇ ਗਿਆ, ਜੋ ਤੁਸੀਂ ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਦੇਣਾ। ਦੂਜੇ ਦੇਸ਼ ਦੇ ਭੱਟੀ ਸਾਹਿਬ ਹਾਲਾਤ ਬਣਦੇ ਜਾਂਦੇ ਨੇ ਕਿ ਅਣਐਲਾਨੀ ਐਮਰਜੈਂਸੀ ਹੈ ਇਹ। ਸੁਖਪਾਲ ਖਹਿਰਾ ਤੇ ਈਡੀ ਦਾ ਛਾਪਾ, ਬੀਤੇ ਕੱਲ੍ਹ ਹਰਿਆਣਾ ਦੇ ਵਿਧਾਇਕ ਧਰਮ ਸਿੰਘ ਛੋਕਰ 'ਤੇ ਈਡੀ ਦਾ ਛਾਪਾ ਮਰਵਾਇਆ ਗਿਆ ਕਿ ਜੋ ਸਰਕਾਰ ਦੇ ਖਿਲਾਫ ਬੋਲਦਾ ਉਹਦੇ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਕਿਤੇ ਨਾ ਕਿਤੇ ਇਹ ਬੀਜੇਪੀ ਇਹ ਹਾਲਾਤ ਬਣਾਉਂਦੀ ਜਾ ਰਹੀ ਹੈ ਆਪਣੇ ਬਿਆਨਾਂ ਰਾਹੀਂ ਵੀ, ਆਪਣੇ ਕੰਮਾਂ ਕਾਰਾਂ ਰਾਹੀਂ ਵੀ, ਕਿ ਜੋ ਸਰਕਾਰ ਦੇ ਖਿਲਾਫ ਬੋਲਦਾ ਉਹ ਦੇਸ਼ ਦੇ ਖਿਲਾਫ ਬੋਲਦਾ, ਇੱਕ ਇਹੋ ਜਿਹਾ ਭਰਮ ਸਿਰਜਦਾ। ਦੱਸ ਡਰ ਹੈ। ਮੈਂ ਸਮਝਦਾ ਕਿ ਜਦੋਂ ਹਾਕਮ, ਕੋਈ ਵੀ ਹਾਕਮ, ਹੁਕਮਰਾਨ, ਚਾਹੇ ਉਹ ਮੁਗਲ ਸੀ, ਚਾਹੇ ਅੰਗਰੇਜ਼ ਸੀ, ਚਾਹੇ ਇਹ ਨੇ, ਜਦੋਂ ਉਹ ਇਨਸਿਕਿਉਰ ਹੋ ਜਾਂਦਾ ਨਾ, ਉਹ ਇਨਸਿਕਿਉਰ ਹੋ ਕੇ ਅੱਧੀਆਂ ਗੱਲਾਂ ਕਮਲੀਆਂ ਕਰਨ ਲੱਗ ਜਾਂਦੇ। ਦਰਅਸਲ ਇਹ ਉਹ ਕਮਲ ਵਾਲੀ ਅਵਸਥਾ 'ਚ ਨੇ, ਇਹਨਾਂ ਨੂੰ ਇਹ ਸਮਝ ਨਹੀਂ ਆ ਰਹੀ। ਮੈਂ ਤਾਂ ਐਮਰਜੈਂਸੀ ਤੋਂ ਅਗਲਾ ਸਟੈਪ ਬਾਰੇ ਸੋਚ ਰਿਹਾ। ਬੇਸਿਕਲੀ ਇਹ ਮੁਲਕ ਦੇ ਖਿਲਾਫ ਲੜਾਈ ਲੜ ਰਹੀ ਹੈ ਸਰਕਾਰ। ਇਹ ਜੇ ਇਸੇ ਤਰ੍ਹਾਂ ਚੱਲਦੇ ਰਹੇ, ਕੋਈ ਵੱਡੀ ਗੱਲ ਨਹੀਂ ਕਿ ਮੁਲਕ ਦੇ ਵਿੱਚ ਸਿਵਲ ਵਾਰ ਸ਼ੁਰੂ ਹੋ ਜਾਵੇ,
ਕਿਉਂਕਿ ਲੋਕ ਜਿਹੜੇ ਬੇਬਸ ਲੋਕ ਨੇ ਜਿਨ੍ਹਾਂ ਖਾਤਰ ਤੁਸੀਂ ਕੋਈ ਆਪਸ਼ਨ ਛੱਡੇ ਹੀ ਨਹੀਂ ਰਹੇ। ਬੋਲਣ ਦੀ ਸਪੀਚ ਦੀ ਤਾਂ ਗੱਲ ਹੀ ਛੱਡੋ ਤੁਸੀਂ, ਕੋਈ ਛੋਟੇ ਮੋਟੇ ਐਕਟਰ ਵਿਚਾਰੇ ਜਿਹੜਾ ਕੋਈ ਇੱਕ ਟਵੀਟ ਕਰ ਦਿੰਦਾ ਨਾ ਉਹਦੇ ਉੱਪਰ ਛਾਪੇ ਪੈ ਜਾਂਦੇ ਨੇ। ਮਤਲਬ ਜੀ ਇੰਨੇ ਇਨਸਿਕਿਉਰ ਹੋ ਤੁਸੀਂ ਕਿ ਕਿਸੇ ਦੇ 2 ਲਾਈਨਾਂ ਲਿਖਣ ਦੇ ਨਾਲ, ਇੱਕੋ ਰਿਹਾਨਾ ਦਾ ਟਵੀਟ ਆ ਗਿਆ ਸੀ, ਉਹਨੂੰ ਇੱਕੋ ਲੜਕੀ ਨੂੰ ਫੜ ਲਿਆ ਉਹਨੂੰ, ਅਤੇ ਉਹ ਇੱਦਾਂ ਬਣਾਤਾ ਵੀ ਇੰਟਰਨੈਸ਼ਨਲ ਕੌਂਸਪੀਰੇਸੀ। ਜੇ 2 ਟਵੀਟ ਨਾਲ ਤੁਹਾਨੂੰ ਇੰਟਰਨੈਸ਼ਨਲ ਕੌਂਸਪੀਰੇਸੀ ਦਿਖਣ ਲੱਗ ਜਾਂਦੀ ਹੈ, ਮੈਨੂੰ ਤਾਂ ਸਮਝ ਨਹੀਂ ਆਉਂਦੀ ਫਿਰ ਤੁਹਾਡੀ ਗੌਰਮੈਂਟ ਕਿੱਥੇ ਹੈ। ਫਿਰ ਤੁਸੀਂ ਇੰਨਾ ਦਮਗਜੇ ਮਾਰ ਰਹੇ ਹੋ ਕਿ ਜੀ ਸਾਡਾ ਬੜਾ ਕੰਟਰੋਲ ਹੈ, ਫਿਰ ਤੁਹਾਡਾ ਕੰਟਰੋਲ ਕਿਸ ਗੱਲ ਦੇ ਉੱਪਰ ਹੈ ਕਿ ਤੁਸੀਂ ਥੋੜ੍ਹੀ ਗੱਲ ਦੇ ਵਿੱਚ, ਜਾਂ ਪਹਿਲਾਂ ਇੱਕ ਵਾਰੀ ਬਿਆਨ ਆਇਆ ਸੀ ਵੀ ਸਾਰੇ ਜਿਹੜੇ ਕਿਸਾਨ ਨੇ ਚੀਨ ਦੇ ਅਤੇ ਪਾਕਿਸਤਾਨ ਦੇ ਏਜੰਟ ਨੇ। ਜੇ ਲੱਖਾਂ ਚੀਨ ਅਤੇ ਪਾਕਿਸਤਾਨ ਦੇ ਏਜੰਟ ਦਿੱਲੀ ਨੂੰ ਘੇਰ ਕੇ ਬੈਠ ਗਏ ਨੇ, ਫਿਰ ਤੁਸੀਂ ਗੌਰਮੈਂਟ ਕਿਸ ਗੱਲ ਲਈ ਚਲਾ ਰਹੇ ਹੋ, ਕਿਹਦੀ ਗੌਰਮੈਂਟ ਹੈ ਫਿਰ? ਇਹਦਾ ਮਤਲਬ ਉਹਨਾਂ ਮੁਲਕਾਂ ਦੀ ਸਰਕਾਰ ਹੈ ਇੱਥੇ। ਸੋ ਇਹ ਮੈਨੂੰ ਲੱਗਦਾ ਵੀ ਇਹ ਜਿਸ ਤਰ੍ਹਾਂ ਬੈਲੈਂਸ ਹਿੱਲ ਨਹੀਂ ਜਾਂਦਾ ਕਿਸੇ ਦਾ ਦਿਮਾਗੀ ਤੌਰ 'ਤੇ। ਜੀ ਭੱਟੀ ਸਾਹਿਬ, ਤੁਸੀਂ ਜ਼ਿਕਰ ਕੀਤਾ ਕਿ ਵੀ ਚੀਨ ਦਾ ਜ਼ਿਕਰ ਕੀਤਾ। ਮੈਂ ਅੱਜ ਰਵਨੀਤ ਬਿੱਟੂ ਦਾ ਬਿਆਨ ਪੜ੍ਹ ਰਿਹਾ ਸੀ, ਹਾਲਾਂਕਿ ਲੁਧਿਆਣਾ ਤੋਂ ਲੋਕ ਸਭਾ ਪਾਰਲੀਮੈਂਟ ਮੈਂਬਰ ਨੇ, ਉਹ ਪਾਰਲੀਮੈਂਟ ਦੇ ਮੈਂਬਰ ਨੇ, ਕਿ ਵੀ ਕਿਸਾਨੀ ਅੰਦੋਲਨ ਕਰਕੇ ਦੇਸ਼ ਦੇ ਹਾਲਾਤ ਖਰਾਬ ਹੋ ਸਕਦੇ ਨੇ, ਕਿਉਂਕਿ ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ RDX ਵੀ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਕੀ ਕਿਸਾਨੀ ਅੰਦੋਲਨ ਦੀ ਆੜ ਦੇ ਵਿੱਚ ਕੀ ਇਹੋ ਜਿਹਾ ਕੁਝ ਵਾਪਰ ਰਿਹਾ ਦੂਜੇ ਦੇਸ਼ਾਂ ਵੱਲੋਂ? ਐਕਚੁਅਲੀ ਮੈਨੂੰ ਇਹ ਲੱਗ ਰਿਹਾ ਹੈ ਕਿ ਸਾਰੇ ਮੁਲਕਾਂ ਦੀਆਂ ਸਰਕਾਰਾਂ ਦਾ ਲਗਭਗ 19-21 ਦੇ ਫਰਕ ਨਾਲ ਇਹੀ ਹਾਲ ਹੈ। ਪਾਕਿਸਤਾਨ ਦੀ ਸਰਕਾਰ ਦਾ ਕੀ ਹਾਲ ਹੈ? ਉਹ ਕਿੰਨੇ ਕੁ ਡਰੋਨ ਭੇਜਣ, ਉਹ ਤਾਂ ਆਪ ਨਹੀਂ, ਉਹਨਾਂ ਤੋਂ ਆਪਣੇ ਮਸਲੇ ਹੱਲ ਹੋ ਰਹੇ ਦਰਅਸਲ। ਸੋ ਇਹ ਤਾਂ ਜਿਹੜੀ ਪੋਲੀਟੀਕਲ ਐਲੀਟ ਹੁੰਦੀ ਹੈ ਨਾ, ਕਿ ਜਦੋਂ ਮਸਲੇ ਲੋਕ ਉਹਦੇ ਗਲ 'ਚ ਹੱਥ ਪਾਉਣ ਆਉਂਦੇ ਨੇ ਨਾ, ਫਿਰ ਉਹ ਕਹਿੰਦੇ ਨੇ ਵੀ ਉਹ ਦੇਖੋ ਉੱਧਰੋਂ ਖਤਰਾ, ਇੱਧਰੋਂ ਐਕਚੁਅਲੀ ਉਸ ਤਰ੍ਹਾਂ ਦੀ ਨਾ ਖਾਮ-ਖਾ, ਜਿਸ ਤਰ੍ਹਾਂ ਬੰਦਾ ਬਣਾਉਂਦਾ ਨਹੀਂ ਹੁੰਦਾ ਇੱਕ ਨਾਈਟਮੇਅਰ ਦੇ ਵਿੱਚ, ਇਹ ਉੱਦਾਂ ਦੀ ਪੋਜੀਸ਼ਨ ਹੈ। ਕੋਈ ਕਿਸੇ ਨੇ ਹਮਲਾ ਨਹੀਂ ਕਰਨਾ, ਕੋਈ ਹਮਲਾ ਕਰਨ ਜਾ ਨਹੀਂ ਰਿਹਾ। ਸਿਰਫ ਇਹ ਹੈ ਕਿ ਤੁਹਾਡੇ ਦਰਵਾਜ਼ੇ ਦੇ ਉੱਪਰ ਕਿਸਾਨ ਬੈਠੇ ਨੇ, ਤੁਸੀਂ ਉਹਨਾਂ ਦੀ ਸੁਣ ਨਹੀਂ ਰਹੇ। 300 ਬੰਦਾ ਮਰ ਚੁੱਕਿਆ ਹੈ ਔਰ ਉੱਥੇ ਗਿਣਤੀ ਰੋਜ਼ ਵੱਧ ਰਹੀ ਹੈ। ਤੁਸੀਂ ਇਸ ਗੱਲ ਨੂੰ ਮਤਲਬ ਸ਼ੀਸ਼ੇ 'ਚ ਆਪਣਾ ਚਿਹਰਾ ਦੇਖੋ ਔਰ ਇਸ ਗੱਲ ਨੂੰ ਤੁਸੀਂ ਮਤਲਬ ਇਨਸਾਨੀ ਤਰੀਕੇ ਦੇ ਨਾਲ ਜਾ ਕੇ ਦੇਖੋ। ਜਿਹੜੇ ਪੁਰਾਣੇ ਰਾਜੇ ਵੀ ਹੁੰਦੇ ਸੀ, ਮੈਂ ਪਹਿਲਾਂ ਵੀ ਇਹ ਕਹਿੰਦਾ ਰਿਹਾ, ਉਹ ਭੇਸ ਬਦਲ ਕੇ ਚਲੇ ਜਾਂਦੇ ਸੀ ਦੇਖਣ ਕਿ ਐਕਚੁਅਲ ਹਾਲਾਤ ਕੀ ਹੈ। ਐਵੇਂ ਹੀ ਉਹ ਟੁੱਟੀਆਂ ਭੱਜੀਆਂ ਏਜੰਸੀਆਂ ਦੇ ਉੱਪਰ ਡਿਪੈਂਡ ਕਰ ਰਹੇ ਨੇ, ਇਹਨਾਂ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ। ਮੈਂ ਉੱਥੇ ਅਸੀਂ ਛੋਟਾ ਜਿਹਾ ਰਿਸਰਚ ਪ੍ਰੋਜੈਕਟ ਮਤਲਬ ਸ਼ੁਰੂ ਕੀਤਾ ਸੀਗਾ ਕਿ ਲੰਗਰ ਕਿੰਨੇ ਚੱਲ ਰਹੇ ਨੇ, ਜਾਂ ਜਿੱਥੇ ਲੋਕ ਬੈਠੇ ਕਿੰਨੇ ਨੇ, ਜਾਂ ਉਹਦੀਆਂ ਮੁਸ਼ਕਿਲਾਂ ਕੀ ਨੇ। ਉਹ ਜਦੋਂ ਤੁਸੀਂ ਜਾਣਨ ਲੱਗਦੇ ਹੋ ਉਦੋਂ ਰਿਐਲਿਟੀ ਸਮਝ ਆਉਂਦੀ ਹੈ। ਉਹ ਬੜੀ ਇਨਸਾਨੀਅਤ ਦੇ ਨਾਲ ਆਪਣੇ ਆਪ ਨੂੰ ਉਹਨਾਂ ਨੇ ਬਿਠਾਇਆ ਹੋਇਆ। ਕੋਈ ਗੁੱਸਾ ਨਹੀਂ ਕਰ ਰਹੇ, ਕਿਸੇ ਦਾ ਪੱਤਾ ਨਹੀਂ ਤੋੜ ਰਹੇ। ਕਿਸੇ ਲੋਕਲ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਨੇ, ਸਕੂਲ ਖੋਲ੍ਹੇ ਹੋਏ ਨੇ, ਉਹ ਬੱਚਿਆਂ ਨੂੰ ਪੜ੍ਹਾ ਰਹੇ ਨੇ। ਮਤਲਬ ਜੋ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਉਹ ਤਾਂ ਮੈਂ ਸਮਝਦਾ ਵੀ ਜਿਹੜੇ ਸੋ ਕਾਲਡੇ ਅੰਦੋਲਨ ਜੀਵੀ ਕਹਿੰਦੇ ਨੇ ਉਹ ਕਰ ਰਹੇ ਨੇ। ਸੋ ਸਰਕਾਰਾਂ ਨੂੰ ਸਿੱਖਣਾ ਚਾਹੀਦਾ ਇਹਦੇ ਤੋਂ, ਸਗੋਂ ਮੇਰੇ ਹਿਸਾਬ ਦੇ ਨਾਲ, ਕਿ ਜਿੰਨੇ ਪੋਲੀਟੀਸ਼ੀਅਨ ਨੇ ਇਹਨਾਂ ਦੀ ਰੈਲੇਵੈਂਸ ਤਾਂ ਬਣਨੀ ਹੈ ਜੇ ਇਹ ਕਿਸਾਨਾਂ ਦੇ ਨਾਲ ਹਮਦਰਦੀ ਕਰਕੇ ਉਹਨਾਂ ਦੇ ਨਾਲ ਜਾ ਕੇ ਬੈਠਣਗੇ ਔਰ ਉਹਨਾਂ ਦੇ ਦੁੱਖ ਦਰਦ ਨੂੰ ਸਮਝ ਕੇ ਠੀਕ ਹੱਲ ਕੱਢਣਗੇ। ਭੱਟੀ ਸਾਹਿਬ, ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਰਿਸਰਚ ਕੀਤੀ, ਕਿਸਾਨ ਬੜੇ ਉੱਥੇ ਬੈਠੇ ਨੇ, ਬੱਚਿਆਂ ਨੂੰ ਪੜ੍ਹਾ ਵੀ ਰਹੇ ਨੇ। ਕਿਤੇ ਨਾ ਕਿਤੇ ਲੱਗਦਾ ਕਿ ਵੀ ਤਮਾਮ ਮੋਰਚਾ, ਕਿਸਾਨਾਂ ਦਾ ਮੋਰਚਾ, ਉਹ ਇਹ 2 ਗੱਲਾਂ ਸਮਝ ਚੁੱਕੇ ਨੇ। ਪਹਿਲੀ ਗੱਲ ਕਿ ਵੀ ਜਿੱਤ ਸਾਡੀ ਤਾਂ ਹੋਊਗੀ ਜੇਕਰ ਅਸੀਂ ਸ਼ਾਂਤੀ ਨਾਲ ਅੰਦੋਲਨ ਚਲਾਵਾਂਗੇ। ਦੂਜੀ ਗੱਲ, ਉਹ ਸਮਝ ਚੁੱਕੇ ਨੇ ਕਿ ਇਹ ਅੰਦੋਲਨ ਲੰਬਾ ਚੱਲੂਗਾ। ਜੀ। ਅਤੇ ਇੱਕ ਭੱਟੀ ਸਾਹਿਬ ਹੋਰ ਹੈ, ਜੋ ਦੇਸ਼ ਦੇ ਹਾਲਾਤ ਬਣੇ ਹੋਏ ਨੇ ਪਿਛਲੇ 6-7 ਸਾਲਾਂ ਤੋਂ BJP ਸਰਕਾਰ ਲਗਾਤਾਰ ਕਾਬਜ਼ ਹੈ ਕੇਂਦਰੀ ਹਕੂਮਤ ਦੇ ਉੱਤੇ। ਕਸ਼ਮੀਰ ਦੇ ਵਿੱਚ ਧਾਰਾ 370 ਹਟਾਉਣਾ ਹੋ ਗਿਆ, ਨੋਟਬੰਦੀ ਹੋ ਗਿਆ, CAA ਹੋ ਗਿਆ, ਅਤੇ ਹੁਣ ਇਹ ਖੇਤੀ ਕਾਨੂੰਨ ਹੋ ਗਿਆ। ਕਿਤੇ ਨਾ ਕਿਤੇ BJP ਸਰਕਾਰ ਦੇ ਜੋ ਇਹ ਹਿਟਲਰ ਸ਼ਾਹੀ ਡਿਕਟੇਟਰਸ਼ਿਪ ਦਾ ਰਵੱਈਆ, ਇਹ ਇਸ ਕਰਕੇ ਵੀ ਭਾਰੀ ਪੈਂਦਾ ਜਾ ਰਿਹਾ ਕਿਉਂਕਿ ਵਿਰੋਧੀ ਧਿਰ ਦੇਸ਼ ਦੇ ਵਿੱਚ ਮਜ਼ਬੂਤ ਨਹੀਂ ਹੈ। ਕਿਹਾ ਜਾਂਦਾ ਹੈ ਕਿ ਸਰਕਾਰ ਉਵੇਂ ਚੱਲਦੀ ਹੈ ਜਿਵੇਂ ਵਿਰੋਧੀ ਧਿਰ ਚਲਾਉਂਦੀ ਹੈ। ਇਹ ਦੇਖੋ ਇੱਕ ਖਾਸ ਕਿਸਮ ਦੀ ਹਾਲਾਤ ਬਣ ਗਈ ਹੈ ਹੁਣ। ਵੈਸੇ ਤਾਂ ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਜ਼ੁਲਮ ਹੁੰਦਾ ਨਾ ਤਾਂ ਵਿਰੋਧੀ ਧਿਰ ਦਿਖ ਨਹੀਂ ਰਹੀ ਹੁੰਦੀ, ਵਿਰੋਧ ਹੁੰਦਾ। ਮਤਲਬ ਜੇ ਵਿਰੋਧੀ ਧਿਰ ਨਹੀਂ ਹੈ ਇਹਦਾ ਮਤਲਬ ਇਹ ਨਹੀਂ ਵੀ ਵਿਰੋਧ ਨਹੀਂ ਹੈ, ਵਿਰੋਧ ਬਹੁਤ ਜ਼ਿਆਦਾ ਹੈ। ਕੋਈ ਉਹਨੂੰ ਲੀਡ ਕਰਨ ਵਾਲੀ ਧਿਰ ਇਸ ਕਰਕੇ ਨਹੀਂ ਕਿਉਂਕਿ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਇਸ ਸਿਸਟਮ ਦਾ ਹਿੱਸਾ ਨੇ। ਇਹ ਜਿਹੜੀ ਹੌਲੀ ਹੌਲੀ ਸੰਘਰਸ਼ ਜਿੱਧਰਲੇ ਪਾਸੇ ਨੂੰ ਜਾ ਰਿਹਾ ਹੈ, ਸਿਸਟਮ ਨੂੰ ਹੀ ਸਵਾਲ ਖੜ੍ਹੇ ਕਰ ਰਿਹਾ। ਜੇ ਤੁਸੀਂ ਮਸ਼ੀਨਾਂ ਨਾਲ, ਮਸਲ ਨਾਲ, ਮੀਡੀਆ ਨਾਲ ਜਾਂ ਮਨੀ ਨਾਲ ਜਿੱਤਣਾ, ਪਹਿਲਾਂ 3M ਕਹਿੰਦੇ ਹੁੰਦੇ ਸੀ ਨਾ, ਮਨੀ, ਮੀਡੀਆ ਅਤੇ ਮਸਲ, ਹੁਣ ਮਸ਼ੀਨ ਵੀ ਆ ਗਈ ਵਿੱਚ। ਜੇ ਇਹਦੇ ਨਾਲ ਜਿੱਤ ਕੇ ਤੁਸੀਂ ਬੈਠ ਵੀ ਗਏ, ਜਿਹੜੀ ਪਹਿਲੇ ਆਦਿ ਕਾਲ ਤੋਂ ਜਿਹੜੀ ਪੋਲੀਟੀਕਲ ਸਾਇੰਸ ਦੀ ਬੇਸਿਕ ਡਿਕਟਮ ਹੈ ਕਿ ਸਿਆਸਤ ਜਾਂ ਰਾਜ ਜਾਂ ਉਨੀ ਦੇਰ ਚੱਲਦਾ ਜਿੰਨੀ ਦੇਰ ਉਹ ਲੋਕਾਂ ਦੀ ਨਿਗਾਹ ਦੇ ਵਿੱਚ ਲੈਜੀਟੀਮੇਟ ਹੈ। ਜਿਸ ਦਿਨ ਇਹ ਹੋ ਗਿਆ ਕਿ ਰਾਜ ਨਜਾਇਜ਼ ਹੈ, ਇਹ ਸਿਆਸੀ ਪਾਰਟੀ,
ਇਹ ਲੀਡਰ ਇਹ ਨਜਾਇਜ਼ ਹੈ, ਉਹਨੇ ਖਤਮ ਹੋਣਾ ਹੀ ਹੁੰਦਾ ਹੈ। ਪਰ ਇਹ ਸੰਘਰਸ਼ ਨੇ ਇਹ ਚੀਜ਼ ਸਾਬਤ ਕਰਤੀ। ਪਹਿਲਾਂ ਇਹ ਸੀਗਾ ਜੋ ਮਰਜ਼ੀ ਕਰੀ ਜਾਂਦੇ ਸੀ, ਕੋਈ ਬੋਲਦਾ ਨਹੀਂ ਸੀ। ਇਹਨਾਂ ਨੇ ਬੜੇ ਸਫਿਸਟੀਕੇਟਡ ਤਰੀਕੇ ਦੇ ਨਾਲ ਜਾ ਕੇ ਬੈਠ ਕੇ ਦਿਖਾਤਾ ਕਿ ਅਸੀਂ ਤੁਹਾਨੂੰ ਕੱਖ ਨਹੀਂ ਸਮਝਦੇ। ਸੋ ਜਿਹੜਾ ਟੈਰਰ ਸੀ ਸਰਕਾਰ ਦਾ, ਉਹ ਟੁੱਟ ਗਿਆ। ਸਰਕਾਰ ਦੀ ਲੈਜੀਟੀਮੇਸੀ ਹੈ ਜਿਹੜੀ, ਉਹਦੇ 'ਤੇ ਸਵਾਲ ਖੜੇ ਹੋ ਗਏ ਨੇ। ਸੋ ਹੁਣ ਇਹਨਾਂ ਨੂੰ ਵਿਚਾਰਿਆਂ ਨੂੰ ਨਾ ਮੇਰੇ ਖਿਆਲ ਦੇ ਵਿੱਚ ਸਮਝ ਨਹੀਂ ਆ ਰਹੀ ਕਿ ਕਰਨ ਕੀ। ਉਹ ਜਿਹੇ ਐਡਵਾਈਜ਼ਰ ਨੇ ਜਿਹੇ ਜੇ ਖੁਦ ਨੇ ਕਦੇ ਕਹਿ ਦਿੰਦੇ ਨੇ, ਦੇਖੋ ਤੁਸੀਂ ਕਿੰਨੇ ਨੈਰੇਟਿਵ ਬਦਲੇ ਗਏ ਕਿ ਪਹਿਲਾਂ ਜੀ ਸਿੱਖਾਂ ਦਾ ਸੰਘਰਸ਼ ਹੈ, ਇਹ ਪੰਜਾਬੀਆਂ ਦਾ ਹੀ ਸੰਘਰਸ਼ ਹੈ, ਇਕੱਲਿਆਂ ਦਾ, ਇਹ ਭਟਕਾਏ ਹੋਏ ਨੇ, ਇਹ ਆੜਤੀਆਂ ਦਾ ਸੰਘਰਸ਼ ਹੈ, ਇੱਥੇ ਤੱਕ ਵੀ ਗਿਆ। ਅਤੇ ਮਤਲਬ ਰੋਜ਼ ਉਹਨਾਂ ਦੀ ਸਟੋਰੀ ਬਦਲਦੀ ਹੈ ਵੀ ਇਹ ਸੰਘਰਸ਼ ਹੈ ਕੀ ਹੈ। ਤਾਂ ਸੱਚੀ ਗੱਲ ਕਿ ਤੁਸੀਂ ਉਹਨਾਂ ਲੋਕਾਂ ਨੂੰ ਲੁੱਟਣਾ ਚਾਹਿਆ ਸੀ, ਉਹਨਾਂ ਨੂੰ ਸਮਝ ਆ ਗਈ। ਉਹ ਆ ਕੇ ਤੁਹਾਡੇ ਦਰਵਾਜ਼ੇ 'ਤੇ ਬੈਠ ਗਏ ਕਿ ਅਸੀਂ ਇਹ ਨਹੀਂ ਹੋਣ ਦਿਆਂਗੇ। ਹੁਣ ਤੁਸੀਂ ਕਰ ਨਹੀਂ ਸਕਦੇ। ਮੈਂ ਕਹਿੰਦਾ ਵੀ ਜੋ ਮਰਜ਼ੀ ਇਹ ਕਰੀ ਜਾਣ, ਜੇ BJP ਦੁਬਾਰਾ ਜਿੱਤ ਜਾਵੇ, ਸਾਰੇ 100% ਸੀਟਾਂ ਵੀ ਹੁੰਦੀਆਂ ਤਾਂ ਵੀ ਇਹ ਕਾਨੂੰਨ ਪਾਸ ਨਹੀਂ ਹੋਣੇ, ਅਰੇ ਲਾਗੂ ਨਹੀਂ ਹੋਣੇ, ਸਭ ਨੂੰ ਪਤਾ ਹੈ। ਸਿਰਫ ਹੁਣ ਇਸ ਡਰ 'ਚੋਂ ਨਹੀਂ ਇਹਨਾਂ ਨੂੰ ਵਾਪਸ ਲੈ ਰਹੇ ਕਿ ਜੇ ਅਸੀਂ ਇਹ ਵਾਪਸ ਲੈ ਲਏ ਤਾਂ ਸਾਨੂੰ ਮੁੜ ਕੇ ਇਹ ਰਿਵਰਸ ਗੇਅਰ ਚੱਲ ਪੈਣਾ ਕਿ ਸਾਡੇ ਹੋਰ ਜਿਹੜੇ ਕਾਨੂੰਨ ਨੇ, ਸਾਡੀ ਜਿਹੜੀ ਇੱਕ ਭਰਮ ਬਣਾਇਆ ਹੋਇਆ ਸ਼ਕਤੀ ਦਾ, ਉਹ ਸਾਡੀ ਖਤਮ ਹੋ ਜਾਣੀ। ਜੀ ਬਿਲਕੁਲ, ਇਹ ਗੱਲ ਵੀ ਕਿਤੇ ਨਾ ਕਿਤੇ ਰਿਪੋਰਟ ਕਰਦੀ ਹੈ ਕਿ ਜੇਕਰ ਸਰਕਾਰ ਨੂੰ ਲੱਗਦਾ ਕਿ ਜੇਕਰ ਅਸੀਂ ਕਾਨੂੰਨ ਵਾਪਸ ਕਿ ਸਰਕਾਰ ਨੂੰ ਲੱਗਦਾ ਕਿ ਜੇਕਰ ਅਸੀਂ ਕਾਨੂੰਨ ਵਾਪਸ ਕਰ ਲਏ ਤਾਂ ਫਿਰ ਹੋਰ ਜਿਵੇਂ ਕਸ਼ਮੀਰ ਦਾ ਮਸਲਾ ਹੋ ਗਿਆ, CAA ਹੋ ਗਿਆ, ਨੋਟਬੰਦੀ ਹੋ ਗਿਆ, ਤਮਾਮ ਮਸਲੇ ਸਾਡੇ ਖਿਲਾਫ ਖੜੇ ਹੋ ਜਾਊਗਾ। ਸਰਕਾਰ ਨੂੰ ਐਵੇਂ ਇੱਕ ਡਰ ਹੈ ਕਿ ਵੀ ਕਿਤੇ EVM ਦੇ ਖਿਲਾਫ ਕੋਈ ਅੰਦੋਲਨ ਨਾ ਛਿੜ ਪਵੇ, ਜਿਹਦੇ ਸਿਰ ਤੇ ਉੱਤੇ ਸਰਕਾਰ ਦਗਮਜੇ ਮਾਰਦੀ ਹੈ। ਅਤੇ ਇੱਕ ਭੱਟੀ ਸਾਹਿਬ ਹੋਰ, ਮੈਂ ਕਿਸਾਨ ਆਗੂਆਂ ਦੇ ਸਾਰਿਆਂ ਨੇ ਇੰਟਰਵਿਊਜ਼ ਕੀਤੀ, ਉਹਨਾਂ ਨੂੰ ਇੱਕ ਸਵਾਲ ਵੀ ਕੀਤਾ ਕਿ ਜੇਕਰ ਲੋਕ ਤੁਹਾਡੇ 'ਤੇ ਭਰੋਸਾ ਕਰਦੇ ਨੇ, ਤੁਹਾਨੂੰ ਆਪਣੀ ਕਾਬਲੀਅਤ 'ਤੇ ਭਰੋਸਾ, ਤਾਂ ਕਿਉਂ ਨਾ ਫਿਰ ਸਿਆਸਤ ਦੇ ਵਿੱਚ ਆ ਕੇ ਇਸ ਸਿਸਟਮ ਨੂੰ ਬਦਲਿਆ ਜਾਵੇ। ਉਹ ਸਾਰੇ ਕਹਿੰਦੇ ਸੀ ਕਿ ਅਸੀਂ ਇਹ ਸਿਰਫ ਅੰਦੋਲਨ ਕਿਸਾਨੀ ਹਿੱਤਾਂ ਤੱਕ, ਕਿਸਾਨੀ ਮੰਗਾਂ ਤੱਕ ਸੀਮਿਤ ਰੱਖਣਾ, ਨਾ ਕਿ ਅਸੀਂ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨੀਆਂ ਨੇ। ਪਰ ਤੁਹਾਨੂੰ ਕੀ ਲੱਗਦਾ ਕਿ ਜੇਕਰ ਚੰਗੇ ਬੰਦੇ ਵਿਧਾਨ ਸਭਾ, ਪਾਰਲੀਮੈਂਟ, ਇਕੱਲੇ ਪੰਜਾਬ ਦੀ ਨਹੀਂ, ਆਪਾਂ ਤਮਾਮ ਦੇਸ਼ ਦੀ ਗੱਲ ਕਰਦੇ ਹਾਂ, ਜੇਕਰ ਰੁਤਬੇ ਹਾਸਲ ਕਰਦੇ ਨੇ ਚੰਗੇ ਬੰਦੇ, ਤਾਂ ਫਿਰ ਕੀ ਇਸ ਸਿਸਟਮ ਦੇ ਵਿੱਚ ਬਦਲਾਅ ਆ ਸਕਦਾ? ਮੇਰੇ ਖਿਆਲ 'ਚ ਬਦਲਾਅ ਆਉਣਾ ਚਾਹੀਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਕਿਸਾਨ ਵਿਚਾਰੇ ਇਸ ਕਰਕੇ ਨਹੀਂ ਬੋਲ ਰਹੇ ਕਿਉਂਕਿ ਇਹ ਸੰਘਰਸ਼ ਤਾਂ ਦੇਖੋ ਕਿਸਾਨੀ ਮੁੱਦਿਆਂ ਦਾ ਹੀ ਹੈ। ਪਰ ਜੇ ਅਸੀਂ ਕਹੀਏ ਵੀ ਕਿਸਾਨ ਯੂਨੀਅਨ ਦੀ ਸਿਆਸਤ ਕੋਈ ਨਹੀਂ ਹੈ, ਇਹ ਬਿਲਕੁਲ ਝੂਠੀ ਗੱਲ ਹੈ। ਸਾਰੀਆਂ ਯੂਨੀਅਨਾਂ ਦੀ ਸਿਆਸਤ ਹੈ, ਸਾਰੇ ਸਿਸਟਮ ਨੂੰ ਬਦਲਣਾ ਚਾਹੁੰਦੇ ਨੇ, ਪਰ ਕਿਉਂਕਿ ਉਹ ਇੱਕ ਨਹੀਂ ਹਨ। ਕੋਈ ਇਹਦੇ ਵਿੱਚੋਂ ਸਿੱਖੀ ਦਾ ਰਾਜ ਲਿਆਉਣਾ ਚਾਹੁੰਦਾ, ਵਿਚਾਰਧਾਰਕ ਤੌਰ ਤੇ ਵੱਖਰੇ, ਕੋਈ ਥੋੜ੍ਹਾ ਬਹੁਤ ਕਾਂਗਰਸ ਵੱਲ, ਕੋਈ ਅਕਾਲੀਆਂ ਵੱਲ ਵੀ ਝੁਕਾਅ ਰੱਖਦਾ ਹੈ, ਖੱਬੇ ਪੱਖੀ ਵੀ ਨੇ, ਇਨਕਲਾਬ ਵੀ ਕੱਢਣਾ ਚਾਹੁੰਦੇ ਨੇ। ਪਰ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਸ ਤਰੀਕੇ ਨਾਲ ਕੁਦਰਤ ਨੇ ਇੱਕ ਸਿਚੁਏਸ਼ਨ ਬਣਾ ਦਿੱਤੀ ਹੈ, ਇਹਨੇ ਇੱਕ ਗੱਲ ਸਾਬਤ ਕਰਤੀ ਹੈ ਕਿ ਲੋਕ ਜੇ ਆਪਸ ਵਿੱਚ ਆਪਣੇ ਭਾਈਚਾਰੇ ਦੇ ਮੁਤਾਬਕ ਚੱਲ ਪੈਣ, ਚਾਹੇ ਉਹਨਾਂ ਦਾ ਖਾਣ ਪੀਣ ਹੈ, ਚਾਹੇ ਉਹਨਾਂ ਦਾ ਰੋਜ਼ਮਰਰਾ ਦੇ ਮਸਲੇ ਨੇ, ਤਾਂ ਉਹ ਆਪਣੇ ਮਸਲੇ ਆਪੇ ਹੀ ਹੱਲ ਕਰ ਸਕਦੇ ਨੇ। ਇਸ ਕਿਸਮ ਦਾ ਇੱਕ ਅਲਟਰਨੇਟਿਵ ਜਿਹੜਾ ਲੋਕ ਜੈਨੂਅਨ ਕਹਿ ਸਕਦੇ ਹਾਂ ਕਿ ਲੋਕ ਜਮਹੂਰੀਅਤ ਜਿਹੜੀ ਕਹਿੰਦੇ ਹਾਂ ਅਸੀਂ ਆਮ ਤੌਰ 'ਤੇ, ਕਿ ਲੋਕਾਂ ਦਾ ਰਾਜ ਤਾਂ ਆ ਸਕਦਾ ਜੇ ਲੋਕ ਇਸ ਤਰ੍ਹਾਂ ਚੇਤਨ ਹੋ ਜਾਣ। ਉਹਨਾਂ ਦੇ ਉੱਪਰ ਹੋਰ ਰਾਜ ਕੋਈ ਕਰ ਹੀ ਨਹੀਂ ਸਕਦਾ। ਮੈਂ ਤਾਂ ਅਕਸਰ ਇਹ ਕਹਿੰਦਾ, ਉਹਨਾਂ ਨੂੰ ਕਹਿੰਦੇ ਜੀ ਹਮੇ ਚਾਹੀਏ ਆਜ਼ਾਦੀ, ਇਹ ਬਿਲਕੁਲ ਗਲਤ ਨਾਰਾ ਹੈ। ਤੁਸੀਂ ਗੁਲਾਮੀ ਨਾ ਕਰੋ, ਆਜ਼ਾਦੀ ਕਿਤੋਂ ਮੰਗਣੀ ਹੈ? ਜਦੋਂ ਅਸੀਂ ਗੁਲਾਮੀ ਕਰਨੀ ਛੱਡ ਦਾਂਗੇ ਤਾਂ ਆਟੋਮੈਟਿਕਲੀ ਅਸੀਂ ਆਜ਼ਾਦ ਹਾਂ। ਅਸੀਂ ਜਿੰਨੀ ਦੇਰ ਗੁਲਾਮੀ ਕਰਦੇ ਹਾਂ ਉਨੀ ਦੇਰ ਕੋਈ ਨਾ ਕੋਈ ਸਾਡਾ ਮਾਸਟਰ ਬਣਿਆ ਰਹੂਗਾ। ਪਰ ਲੋਕਾਂ ਨੂੰ ਹੁਣ ਇਹ ਗੱਲ ਹੌਲੀ ਹੌਲੀ ਸਮਝ ਆ ਰਹੀ ਹੈ ਕਿ ਸਾਨੂੰ ਇਹਨਾਂ ਦੇ ਗੁਲਾਮ ਬਣੇ ਰਹਿਣ ਦੀ ਜ਼ਰੂਰਤ ਨਹੀਂ ਹੈ। ਹਰ ਵਾਰ 5 ਸਾਲ ਬਾਅਦ ਇਹਨਾਂ ਨੂੰ ਇੱਕ ਨੂੰ ਵੋਟਾਂ ਪਾਤੀਆਂ, ਫਿਰ ਦੂਜੇ ਨੂੰ ਪਾਤੀਆਂ, ਫਿਰ ਬਿਠਾ ਲਿਆ। ਜੇ ਯੂਨੀਅਨਾਂ ਵਿੱਚੋਂ ਨਾ ਵੀ ਕੋਈ ਅਲਟਰਨੇਟਿਵ ਆਇਆ ਤਾਂ ਪੋਲੀਟੀਕਲ ਅਲਟਰਨੇਟਿਵ ਲੀਡਰਸ਼ਿਪ ਤਾਂ ਅਮਰਜ ਕਰ ਜਾਣੀ ਹੈ। ਦੇਖੋ ਇਹ ਸੰਘਰਸ਼ ਦਾ ਇੱਕ ਸਿੱਟਾ ਇਹ ਨਿਕਲੂਗਾ ਕਿ ਜਿਹੜੇ ਸੰਘਰਸ਼ ਨਾਲ ਜੁੜੇ ਹੋਏ ਲੋਕ ਨੇ ਉਹ ਸਿਆਸਤ ਦੇ ਵਿੱਚ ਮੀਨਿੰਗਫੁਲ ਰੋਲ ਪਲੇ ਕਰਨਗੇ, ਚਾਹੇ ਉਹ ਪੰਜਾਬ ਹੈ, ਚਾਹੇ ਹਰਿਆਣਾ ਹੈ, ਚਾਹੇ ਉਹ ਹਿੰਦੁਸਤਾਨ ਹੈ। ਇਹ ਨਵੀਂ ਲੀਡਰਸ਼ਿਪ ਆਊਗੀ। ਭੱਟੀ ਸਾਹਿਬ, ਜੇਕਰ ਨਵੀਂ ਲੀਡਰਸ਼ਿਪ ਆਊਗੀ ਤਾਂ ਪੰਜਾਬ ਦੇ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ, ਵਿਧਾਨ ਸਭਾ ਇਲੈਕਸ਼ਨ ਹੈ ਪੰਜਾਬ ਦੇ ਵਿੱਚ, ਤੁਸੀਂ ਫਿਰ ਉਸ 'ਤੇ ਕੀ ਸਿਆਸੀ ਟਿੱਪਣੀ ਕਰਨੀ ਚਾਹੋਗੇ? ਕੀ ਤੁਹਾਨੂੰ ਅਸਾਰ ਲੱਗਦੇ ਨੇ ਉਹਨਾਂ ਦੇ ਵਿੱਚੋਂ? ਦੇਖੋ ਮੇਰਾ ਖਿਆਲ ਹੈ ਸਿਰਫ ਉਹੀ ਪੈਰ ਲੱਗੇ ਰਹਿਣਗੇ ਉਹਨਾਂ ਦੇ ਜਿਹੜੇ ਕਿਸਾਨਾਂ ਦੀ ਹਮਾਇਤ ਕਰ ਰਹੇ ਨੇ, ਚਾਹੇ ਉਹ ਕਿਸੇ ਸਿਆਸੀ ਪਾਰਟੀ 'ਚ ਨੇ। ਜਿਹੜੇ ਉਹਨਾਂ ਦੇ ਖਿਲਾਫ ਨੇ ਜਾਂ ਉਹਨਾਂ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਚਲਾਕੀਆਂ ਕਰ ਰਹੇ ਨੇ, ਉਹਨਾਂ ਨੂੰ ਲੋਕਾਂ ਨੇ ਰਗੜ ਦੇਣਾ ਹੈ। ਇਹ 100% ਸ਼ੋਰਟੀ ਹੈ। ਇਹਦੇ 'ਚ ਪਾਰਟੀ ਵਾਈਜ਼ ਇਲੈਕਸ਼ਨਾਂ ਨਹੀਂ ਹੋਣਗੀਆਂ। ਇਹ ਤੁਸੀਂ ਦੇਖਿਓ, ਬੇਸ਼ੱਕ ਉਹ ਟਿਕਟਾਂ ਵੰਡ ਦੇਣ, ਜੋ ਮਰਜ਼ੀ ਕਰ ਦੇਣ। ਜਿਸ ਇਲਾਕੇ ਦੇ ਵਿੱਚ ਜਿੱਥੇ ਕਿਸਾਨ ਜਾਗੇ ਹੋਏ ਨੇ, ਫੈਸਲਾ ਉਹ ਕਰਨਗੇ
ਕਿ ਕਿਹਨੇ ਜਿੱਤਣਾ ਹੈ ਕਿ ਕਿਹਨੇ ਹਾਰਨਾ ਹੈ। ਜਿਵੇਂ ਪਹਿਲਾਂ ਸਿਆਸੀ ਪਾਰਟੀਆਂ ਵੱਲੋਂ ਬੜੀ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਆ, ਪਰ ਜਦੋਂ ਤੋਂ ਥੋੜੀ ਸਿਆਸੀ ਐਕਟੀਵਿਟੀ ਪੰਜਾਬ ਦੇ ਵਿੱਚ ਤੇਜ਼ ਹੋਈ, ਸੁਖਬੀਰ ਸਿੰਘ ਬਾਦਲ ਨੂੰ ਐਲਾਨ ਕੀਤਾ ਗਿਆ, ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਮਿਲਣੀ ਹੋ ਗਈ ਜਿਵੇਂ ਤਾਂ ਬੀਤੇ ਕੱਲ ਹੋਈ। ਇਸ ਤੋਂ ਐਂ ਲੱਗਦਾ ਕਿ ਵੀ ਸਿਆਸੀ ਪਾਰਟੀਆਂ ਨੇ ਕਿਸਾਨਾਂ ਤੋਂ ਆਪਣੇ ਹੱਥ ਪਿੱਛੇ ਖਿੱਚ ਕੇ ਆਪਣੇ ਪ੍ਰੋਪੋਗੰਡੇ ਨੂੰ ਅੱਗੇ ਵਧਾਉਣਾ ਸ਼ੁਰੂ ਕਰਤਾ। ਦੇਖੋ ਉਹ ਤਾਂ ਇੰਟਰਸਟ ਗਰੁੱਪ ਨੇ, ਇਹ ਸਾਰੀਆਂ ਸਿਆਸੀ ਪਾਰਟੀਆਂ ਦੇ ਜੇ ਤੁਸੀਂ ਬਿਜ਼ਨਸ ਦੇਖੋ ਇੱਕ ਦੂਜੇ ਨਾਲ ਰਲਦੇ ਨੇ। ਸੋ ਉਹਨਾਂ ਨੇ ਆਪਣੇ ਇੰਟਰਸਟ ਬਚਾਉਣ ਦੇ ਲਈ ਜਿੰਨਾ ਕੁ ਉਹਨਾਂ ਤੋਂ ਭੱਜ ਨੱਠ ਮੀਡੀਆ ਰਾਹੀਂ ਇੱਧਰ ਉੱਧਰ ਉਹਨਾਂ ਨੇ ਕਰਨੀ ਹੈ। ਪਰ ਮੇਰਾ ਖਿਆਲ ਹੈ ਵੀ ਲੋਕ ਹੁਣ ਸ਼ਾਇਦ ਇਹਨਾਂ ਦੇ ਉਹੋ ਜਿਹੇ ਝਾਂਸਿਆਂ ਦੇ ਵਿੱਚ ਨਹੀਂ ਆਉਣ ਵਾਲੇ। ਹੁਣ ਉਹ ਇਸ ਗੱਲ ਨੂੰ ਹਰ ਇੱਕ ਦੇਖਦਾ। ਇੱਕ ਤਾਂ ਸੋਸ਼ਲ ਮੀਡੀਆ ਬਹੁਤ ਆ ਗਿਆ, ਹਰ ਇੱਕ ਗੱਲ ਨਾ ਨੰਗੀ ਜਿਹੀ ਹੋ ਜਾਂਦੀ ਹੈ ਦੂਜੇ ਦਿਨ ਹੀ। ਸੋ ਇਹ ਜਿਹੜੇ ਪਹਿਲਾਂ ਕੁਛ ਕੁ ਲੋਕ ਸੀ, ਚਾਹੇ ਉਹ ਅੱਛੇ ਸਪੀਕਰ ਸੀ, ਚਾਹੇ ਉਹ ਚੰਗੇ ਪਲੇਅਰ ਸੀ, ਚਾਹੇ ਉਹ ਐਕਟਰ ਸੀ, ਚਾਹੇ ਉਹ ਸਿੰਗਰ ਸੀ, ਉਹ ਪਬਲਿਕ ਸਪੇਸ ਹੈ ਜਿਹੜਾ ਲੋਕਾਂ ਨੇ ਮਤਲਬ ਉਹ ਦੇਖ ਲਿਆ ਹੈ ਕਿ ਇਹਨਾਂ ਦੇ ਉੱਪਰ ਅੱਖਾਂ ਮੀਚ ਕੇ ਭਰੋਸਾ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਇਸ ਕਰਕੇ ਸਾਰੀ ਲੀਡਰਸ਼ਿਪ ਹੈ ਜਿਹੜੀ ਇਹ ਅੰਡਰ ਕੁਐਸਚਨ ਹੈ। ਇਹਨਾਂ ਨੂੰ ਖੁਦ ਨੂੰ ਭਰਮ ਹੋਵੇ ਤਾਂ ਅਲੱਗ ਗੱਲ ਹੈ, ਪਰ ਡਰ ਸਾਰਿਆਂ ਦੇ ਅੰਦਰ ਆਪਾਂ ਨੂੰ ਦਿਖ ਰਿਹਾ ਇਹਨਾਂ ਦੇ। ਇਸ ਕਰਕੇ ਇਕੱਠੇ ਕੁੱਠੇ ਹੋ ਰਹੇ ਨੇ, ਇਸੇ ਕਰਕੇ ਸੀਟਾਂ ਵੀ ਵੰਡਣਗੇ, ਇੱਧਰੋਂ ਉੱਧਰੋਂ ਕਰਨਗੇ। ਪਰ ਮੇਰਾ ਖਿਆਲ ਇਹ ਹੈ ਵੀ ਹਾਲਾਤ ਬੜੀ ਸਪੀਡ 'ਤੇ ਬਦਲ ਰਹੀ ਹੈ। ਜੇ ਇਲੈਕਸ਼ਨਾਂ ਡਿਕਲੇਅਰ ਹੋ ਗਈਆਂ ਤਾਂ ਇਹ ਹੋਰ ਵੀ ਬਹੁਤ ਜ਼ਿਆਦਾ ਸਪੀਡ ਫੜੂਗੀ। ਚੇਂਜ ਹੈ ਜਿਹੜੀ ਉਹ ਆਲਮੋਸਟ ਬਰੂਹਾਂ 'ਤੇ ਆਈ ਖੜੀ ਹੈ। ਜੀ, ਇੱਕ ਭੱਟੀ ਸਾਹਿਬ, ਕਰੋਨਾ ਦਾ ਵੀ ਹੁਣ ਦੁਬਾਰਾ ਫਿਰ ਡਰ ਦਿਖਾਇਆ ਜਾ ਰਿਹਾ। ਦੂਜੇ ਪਾਸੇ ਸਰਕਾਰਾਂ ਵੱਲੋਂ ਐਲਾਨ ਤਾਂ ਕੀਤੇ ਗਏ ਨੇ ਸਕੂਲ ਬੰਦ ਕਰ ਦਿਓ, ਆਹ ਕਰ ਦਿਓ, ਉਹ ਕਰ ਦਿਓ, ਪਰ ਦੂਜੇ ਪਾਸੇ ਸਰਕਾਰਾਂ ਆਪਣੇ ਕੰਮਾਂ ਕਾਜਾਂ ਨੂੰ ਨਹੀਂ ਘਟਾ ਰਹੀਆਂ। ਸਿਆਸੀ ਰੈਲੀਆਂ ਉਵੇਂ ਬਰਕਰਾਰ ਨੇ, ਸਿਆਸੀ ਇਕੱਠ ਉਵੇਂ ਬਰਕਰਾਰ ਨੇ। ਹਾਲਾਂਕਿ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ। ਤਾਂ ਫਿਰ ਕੀ ਇਹ ਕਰੋਨਾ ਨੂੰ ਤੁਸੀਂ ਕੀ ਸਮਝੋਗੇ ਕਿ ਆਮ ਲੋਕਾਂ ਦੇ ਲਈ ਵਿੱਚ ਡਰ ਪੈਦਾ ਕੀਤਾ ਜਾ ਰਿਹਾ, ਜਾਂ ਫਿਰ ਅਸਲ ਦੇ ਵਿੱਚ ਦੁਬਾਰੇ ਫਿਰ ਕਰੋਨਾ ਦਾ ਵਾਧਾ ਹੋ ਰਿਹਾ? ਦੇਖੋ ਇਹ ਬਿਮਾਰੀ ਹੈ ਨਾ ਜਿਹੜੀ ਕਰੋਨਾ, ਪਹਿਲੀ ਗੱਲ ਤਾਂ ਇਹ ਹੈ ਕਿ ਇਹਦੇ ਬਾਰੇ ਹੀ ਕੁਐਸਚਨ ਖੜੇ ਹੋਣੇ ਸ਼ੁਰੂ ਹੋ ਗਏ ਨੇ। ਇਹਦੀਆਂ ਵੀ ਸਟੋਰੀਜ਼ ਬਹੁਤ ਨੇ। ਵੂਹਾਨ ਤੋਂ ਸ਼ੁਰੂ ਹੋਇਆ ਜੀ, ਉਹ ਬੈਟ ਤੇ ਸੱਪ ਦਾ, ਕਿੰਨੀਆਂ ਸਟੋਰੀਆਂ ਆਪਾਂ ਸੁਣ ਚੁੱਕੇ ਹਾਂ। ਇਹ ਮੈਨੂੰ ਲੱਗਦਾ ਹੈ ਵੀ ਸਾਰੇ ਜਿਹੜਾ ਸਟੇਟ ਅਪਰੇਟਸ ਹੈ ਵਰਲਡ ਲੈਵਲ 'ਤੇ, ਇਹਦੇ ਜਿੰਨਾ ਬਿਮਾਰੀ ਦੇ ਨਾਂ ਹੇਠ ਅਸੀਂ ਕਿਸੇ ਨੂੰ ਕੰਟਰੋਲ ਕਰ ਸਕਦੇ ਹਾਂ ਸਿਟੀਜ਼ਨ ਨੂੰ, ਹੋਰ ਕਿਸੇ ਨਾਂ ਹੇਠ ਨਹੀਂ ਕਰ ਸਕਦੇ। ਕਿ ਇੱਕ ਤਾਂ ਬੜਾ ਲੱਗਦਾ ਵੀ ਪਰਉਪਕਾਰੀ ਜਿਹਾ ਕੰਮ ਹੈ ਵੀ ਅਸੀਂ ਤੁਹਾਡੀ ਸਿਹਤ ਦੀ ਫਿਕਰ ਕਰ ਰਹੇ ਹਾਂ, ਤੁਸੀਂ ਸਹੁਰੇ ਉਹ ਸੁਣਦੇ ਹੀ ਨਹੀਂ ਸਾਡੀ। ਇੱਕ ਤਾਂ ਇਹ ਮੋਰਲ ਬੜਾ ਉਹ ਬਣ ਜਾਂਦਾ ਇਹਦੇ ਨਾਲ। ਪਰ ਮੈਨੂੰ ਇਹ ਲੱਗਦਾ ਵੀ ਸਰਕਾਰਾਂ ਹਨੇਰੇ 'ਚ ਟੱਕਰਾਂ ਮਾਰ ਰਹੀਆਂ ਨੇ। ਜਿਸ ਤਰ੍ਹਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿ ਦਿੰਦੀ ਹੈ ਉਹ ਕਰ ਲੈਂਦੇ ਨੇ। ਮੈਨੂੰ ਇਹ ਸਮਝ ਨਹੀਂ ਆਈ ਅੱਜ ਤੱਕ ਕਿ ਇੱਕ ਵੀ ਕਰੋਨੇ ਨਾਲ ਮੌਤ ਮੋਰਚਿਆਂ 'ਤੇ ਕਿਉਂ ਨਹੀਂ ਹੋਈ ਜਿੱਥੇ ਲੱਖਾਂ ਲੋਕ ਬੈਠੇ ਨੇ, ਔਰ ਉਹ 90 ਸਾਲ ਦੇ 95 ਸਾਲ ਦੀਆਂ ਮਾਵਾਂ ਬਜ਼ੁਰਗ ਬੈਠੇ ਨੇ। ਕੋਈ 300 ਬੰਦੇ ਦੀ ਡੈਥ ਹੋਈ ਹੈ, ਸਾਰਿਆਂ ਦਾ ਰਿਕਾਰਡ ਹੈ ਕਿ ਕਿਸ ਚੀਜ਼ ਦੇ ਨਾਲ ਹੋਈ ਹੈ। ਕਰੋਨੇ ਨਾਲ ਉੱਥੇ ਡੈਥ, ਕੋਈ ਕਰੋਨਾ ਇਹ ਫੈਸਲਾ ਕਰਕੇ ਜਾਂਦਾ ਵੀ ਮੋਰਚੇ ਵਾਲੀ ਸਾਈਡ ਨੂੰ ਅਸੀਂ ਨਹੀਂ ਜਾਣਾ। ਅੱਛਾ, ਫਿਰ ਕੁਝ ਬੜੇ ਅਹਿਮਕਾਨਾ ਕਿਸਮ ਦੇ ਫੈਸਲੇ ਕੀਤੇ ਜਾਂਦੇ ਨੇ ਕਿ ਰਾਤ ਨੂੰ ਕਰਫਿਊ ਲਾ ਦਿਓ, ਰਾਤ ਨੂੰ ਕਰੋਨਾ ਜ਼ਿਆਦਾ ਐਕਟਿਵ ਹੁੰਦਾ। ਮਤਲਬ ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਸ ਤਰ੍ਹਾਂ ਕਹਿੰਦੀ ਹੈ ਸਾਡੀਆਂ ਸਟੇਟਾਂ ਕਰੀ ਜਾਂਦੀਆਂ ਨੇ, ਇਹਨਾਂ ਨੂੰ ਸੂਟ ਕਰਦਾ ਟੂ ਕੰਟਰੋਲ ਦਾ ਜੀ। ਜਿਵੇਂ ਸਰਕਾਰ ਵੱਲੋਂ 11 ਤੋਂ ਕਿਹਾ ਗਿਆ 5 ਤੱਕ ਦਾ ਨਾਈਟ ਕਰਫਿਊ ਲਾ ਦਿਓ, ਉਸ ਵੇਲੇ ਤਾਂ ਆਮ ਲੋਕ ਆਪਣੇ ਘਰਾਂ 'ਚ ਸ਼ਾਂਤ ਹੋ ਜਾਂਦੇ ਆ। ਮਤਲਬ ਕਰੋਨੇ ਦਾ ਇਹ ਆਪਾਂ ਚੈੱਕ ਕਰ ਲਿਆ ਵੀ ਕਰੋਨਾ ਉਸ ਟਾਈਮ ਜ਼ਿਆਦਾ ਐਕਟਿਵ ਹੁੰਦਾ ਹੈ। ਮਤਲਬ ਇਹ ਬੜੀ ਫਨੀ ਕਿਸਮ ਦੀਆਂ ਮਤਲਬ ਇਹਦੇ 'ਚੋਂ ਨਿਕਲ ਕੇ ਆਈਆਂ। ਹੁਣ ਦੇਖੋ ਵੈਕਸੀਨਸ ਦੇ ਉੱਪਰ ਕਿੰਨੀ ਪੋਲੀਟਿਕਸ ਹੋ ਰਹੀ ਹੈ ਮੁਲਕਾਂ ਦੀ। ਸੋ ਇਹ ਆਪਣੇ ਆਪ ਦੇ ਵਿੱਚ ਹੀ ਨਾ ਬੜਾ ਮਿਸਟੀਰੀਅਸ ਜੀ ਚੀਜ਼ ਹੈ ਕਿ ਇਹਦੇ 'ਚ ਕਿੰਨਾ ਕੁ ਸੱਚ ਹੈ, ਕਿੰਨਾ ਕੁ ਝੂਠ ਹੈ, ਇਹ ਵੀ ਆਉਣ ਵਾਲੇ ਦਿਨਾਂ 'ਚ ਹੌਲੀ ਹੌਲੀ ਸਮਝ ਆਊਗੀ ਗੱਲ। ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਲੋਕ ਪਿੰਡਾਂ ਦੇ ਨੇ, ਦੁਨੀਆ ਭਰ 'ਚ ਤੁਸੀਂ ਨਿਗਾਹ ਮਾਰੋ, ਪਿੰਡਾਂ ਦੇ ਵਿੱਚ ਕਰੋਨਾ ਨਹੀਂ ਹੋਇਆ, ਸ਼ਹਿਰਾਂ 'ਚ ਹੋ ਰਿਹਾ ਹੈ। ਇੱਕ ਤਾਂ ਸ਼ਾਇਦ ਸ਼ਹਿਰਾਂ 'ਚ ਇਮਿਊਨਿਟੀ ਘੱਟ ਹੈ, ਜਾਂ ਸ਼ਹਿਰਾਂ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਵੀ ਘੱਟ ਹੈ, ਇਹ ਵੀ ਹੋ ਸਕਦਾ ਹੈ। ਪਰ ਇਹਨੂੰ ਜਿਵੇਂ ਕੰਟਰੋਲ ਕਰਨ ਦੇ ਲਈ ਲੋਕਾਂ ਨੇ ਇਹਨੂੰ ਯੂਜ਼ ਕੀਤਾ ਜਾ ਰਿਹਾ ਬਿਮਾਰੀ ਨੂੰ, ਇਹ ਮੈਨੂੰ ਲੱਗਦਾ ਵੀ ਇਹ ਆਪਣੇ ਆਪ ਦੇ ਵਿੱਚ ਬੜੀ ਇਹ ਦੁਖਦਾਈ ਗੱਲ ਵੀ ਹੈ। ਔਰ ਇਹਨੇ ਇਸ ਗੱਲ ਦਾ ਸਰਕਾਰਾਂ ਦਾ ਚਿਹਰਾ ਮੂਹਰਾ ਹੋਰ ਨੰਗਾ ਕਰਨਾ ਹੈ ਆਉਣ ਵਾਲੇ ਸਮੇਂ 'ਚ। ਇਹਦੇ ਨਾਲ ਸਰਕਾਰਾਂ ਦੀ ਇੱਜ਼ਤ ਨਹੀਂ ਵਧਣੀ ਕੋਈ, ਇਹਦੇ ਨਾਲ ਸਗੋਂ ਘਟੂਗੀ। ਲੋਕਾਂ ਦੀ ਨਿਗਾਹ 'ਚ ਉਹਨਾਂ ਦੀ ਜਿਹੜੀ ਵਾਜਬੀਅਤ ਜਾਂ ਲੈਜੀਟੀਮੇਸੀ ਹੈ ਉਹਨੂੰ ਹੋਰ ਨਵੇਂ ਕੁਐਸਚਨ ਉੱਠਣਗੇ ਜ਼ਰੂਰ। ਜੀ, ਸੋ ਪ੍ਰੋਫੈਸਰ ਸਾਹਿਬ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਜੀ ਸਾਡੇ ਨਾਲ ਜੁੜੇ। ਦਰਸ਼ਕ ਹੋਏ ਸਨ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਪ੍ਰੋਫੈਸਰ ਹਰਵਿੰਦਰ ਭੱਟੀ, ਸਮਾਜ ਵਿਗਿਆਨ ਵਾਲੇ ਵਿਸ਼ੇ ਨਾਲ ਸੰਬੰਧਿਤ ਨੇ। ਤਮਾਮ ਸਿਆਸਤ ਨੂੰ ਲੈ ਕੇ, ਅੰਦੋਲਨ ਨੂੰ ਲੈ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਕਈ ਨਵੇਂ ਰਾਹ ਦੱਸੇ ਕਿ ਅੰਦੋਲਨ ਆਪਣੇ ਸਿਖਰ ਉੱਤੇ ਹੈ ਅਤੇ ਜਿੱਤ ਕੇ ਉੱਥੋਂ ਵਾਪਸ ਆਊਗਾ ਜਿਵੇਂ ਹਾਲਾਤ ਬਣੇ ਹੋਏ ਨੇ। ਅਤੇ ਲਗਾਤਾਰ ਤੁਸੀਂ ਤੁਹਾਡੇ ਆਪਣੇ ਚੈਨਲ 'ਤੇ ਬਣੇ ਰਹੋ ਪੰਜਾਬੀ ਡਾਕ। ਅਤੇ ਕੈਮਰਾਮੈਨ ਗਗਨ ਦੇ ਨਾਲ ਮੈਂ ਗੁਰਜਿੰਦਰ ਸਿੰਘ ਪੰਗੂ, ਪਟਿਆਲਾ।